ਜਿਹੜੇ ਲੋਕ ਪੰਜਾਬ ਦੀਆਂ ਹੱਕਾਂ ਵਾਸਤੇ ਪੰਜਾਬ ਲਈ ਸੰਘਰਸ਼ ਕਰਨਗੇ ਉਹਨਾਂ ਲੋਕਾਂ ਦੀ ਜਥੇਬੰਦੀ ਹੈ ਔਰ ਇਹ ਜਥੇਬੰਦੀ ਦੇ ਵਿੱਚ ਜੋ ਸੰਗਤ ਕਹੂਗੀ ਉਹ ਫੈਸਲੇ ਲਾਗੂ ਕਰੇ ਜਾਣਗੇ। ਵਾਰਿਸ ਪੰਜਾਬ ਦੇ ਜਥੇਬੰਦੀ ਇੱਕ ਪੋਲੀਟੀਕਲ ਆਰਗੇਨਾਈਜੇਸ਼ਨ ਬਣੇਗੀ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਵਿੱਚ ਵੀ ਦੇਖਿਆ ਜਾਵੇਗਾ, ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਜਿਹੜਾ ਹੈਗਾ ਇਸ ਗੱਲ ਦਾ ਰੌਲਾ ਚੱਲ ਰਿਹਾ ਕਿ ਅਸੀਂ ਤਾਂ ਕਹਿੰਦੇ ਸੀ ਦੀਪ ਸਿੱਧੂ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਲੜੇਗਾ। ਇੱਕ ਪਾਰਟੀ ਦੇ ਵਿੱਚੋਂ ਦੇਖਿਆ ਜਾ ਰਿਹਾ ਹੈ, ਸ਼ਾਇਦ ਜਿੱਥੇ ਤੱਕ ਕਲੀਅਰ ਨਹੀਂ ਹੋ ਸਕਿਆ ਕੁਝ ਲੋਕਾਂ ਨੂੰ ਕਿ ਇੱਕ ਪਾਰਟੀ ਨਵੀਂ ਦੀਪ ਸਿੱਧੂ ਬਣਾਏਗਾ। ਕੁਝ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਵੀ ਲੜੇਗੀ। ਜਥੇਬੰਦੀ ਸਾਰਿਆਂ ਨੂੰ ਕਲਾਵੇ ਵਿੱਚ ਰਹਿਣ ਦੀ ਜਿਹੜੀ ਹੈਗੀ ਆ ਇੱਕ ਰੱਖਦੀ ਮਨਸ਼ਾ। ਬਿਲਕੁਲ ਸਾਰੇ ਪੰਜਾਬ ਲਈ ਦਰਵਾਜ਼ੇ ਖੁੱਲ੍ਹੇ ਨੇ, ਸੱਚੇ ਪੁੱਕਿਆਂ ਲਈ, ਇਮਾਨਦਾਰ ਲੋਕਾਂ ਲਈ ਜਿਹੜੇ ਪੰਜਾਬ ਲਈ ਸੰਘਰਸ਼ ਕਰਨਗੇ। ਉਹ ਕੋਈ ਵੀ ਹੋਵੇ ਉਹਨੂੰ ਕਲਾਵੇ 'ਚ ਲਵਾਂਗੇ, ਉਹਨੂੰ ਨਾਲ ਲੈ ਕੇ ਚੱਲਾਂਗੇ। ਦੇਖੋ ਰਾਜਨੀਤੀ ਬਾਰੇ ਤੁਹਾਨੂੰ ਕਿਸ ਤਰ੍ਹਾਂ ਸਪਸ਼ਟ ਕਰਤਾ ਵੀ ਜੇ ਸੰਗਤ ਕਹੂਗੀ ਵੋਟਾਂ 'ਚ ਖੜੇ ਹੋਣਾ ਹੈ, ਚੋਣਾਂ ਲੜਨੀਆਂ ਨੇ, ਜਿਹੜੇ ਨੌਜਵਾਨ ਚੋਣਾਂ ਲੜਨੀਆਂ ਚਾਹੁਣਗੇ, ਜਿਹੜੇ ਸਮਰੱਥਾ ਰੱਖਦੇ ਨੇ, ਇਹ ਚੋਣ ਨੂੰ ਹੀ ਥੋੜ੍ਹੋ ਲੜ ਹੋ ਜਾਂਦੀ ਹੈ। ਚੋਣ ਲੜਨ ਵਾਸਤੇ ਬੰਦੇ ਨੂੰ ਆਪਣੇ ਤੌਰ ਤੇ ਕੰਮ ਵੀ ਕਰਿਆ ਹੋਣਾ ਚਾਹੀਦਾ। ਉਹ ਜੇ ਨੌਜਵਾਨ ਚੋਣਾਂ ਲੜਨਗੇ ਉਹਨਾਂ ਦੀ ਸਪੋਰਟ ਕਰਾਂਗੇ ਔਰ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਉਹ ਬਦਲੀ ਜਾਊਗੀ। ਸੰਗਤ ਨੇ ਬਦਲਣੀ ਹੁੰਦੀ ਹੈ। ਤੁਸੀਂ ਦੇਖੋ ਵੀ ਕਿੰਨੀਆਂ ਉੱਥੇ ਖੁਦਕਸ਼ੀਆਂ ਵੀ ਕਿੰਨੀਆਂ ਹੋ ਗਈਆਂ, ਠੀਕ ਹੈ। ਉਹ ਕੀ ਆਪਾਂ ਉਹਨਾਂ ਨੂੰ ਸ਼ਹੀਦ ਮੰਨ ਲਾਂਗੇ? ਜਿਹੜੀ ਖੁਦਕਸ਼ੀ ਕਰ ਲਈ ਉਹਨੂੰ ਕਿੱਥੋਂ ਤੁਸੀਂ ਸ਼ਹੀਦ ਮੰਨ ਲੈਂਗੇ? ਹੋ ਬਾਬਾ ਰਾਮ ਸਿੰਘ ਹੋਣੀ ਸੀ, ਉਹਨਾਂ ਨੇ ਗੋਲੀ ਮਾਰ ਕੇ ਆਪਾਂ ਉਹਨਾਂ ਨੂੰ ਸ਼ਹੀਦ ਕਿਵੇਂ ਕਹਿ ਸਕਦੇ ਹਾਂ? ਸ਼ਹਾਦਤ ਦਾ ਪਵਿੱਤਰ ਜਿਹੜਾ ਦਰਜਾ ਉਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਨਹੀਂ ਦਿੱਤਾ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਾਂ ਸ਼ਹੀਦ ਕਹਿੰਦੇ ਆ। ਹਾਰਟ ਅਟੈਕ ਨਾ ਮਰ ਜਾਵੇ ਕੋਈ, ਉਹਨੇ ਇਹੀ ਗੱਲ ਕਹੀ ਸੀ ਨਾ, ਜਾਂ ਕੋਈ ਬਿਮਾਰੀ ਨਾ ਮਰ ਜਾਵੇ। ਉੱਥੇ ਜਿਹੜੇ ਬਜ਼ੁਰਗ ਗਏ ਨੇ ਉਹਨਾਂ ਦਾ ਸਤਿਕਾਰ ਕਰਦੇ ਆ, ਉਹਨਾਂ ਨੇ ਕੁਰਬਾਨੀ ਕੀਤੀ ਹੈ, ਠੀਕ ਹੈ। ਤੇ ਉੱਥੇ ਜਿਹੜੇ ਬਿਮਾਰੀਆਂ ਨਾਲ ਇਹ ਗੱਲ ਹੋਈ ਆ ਉਹਨਾਂ ਨੂੰ ਆਪਾਂ ਸ਼ਹੀਦ ਨਾ ਬਣਾਈਏ ਤਾਂ ਚੰਗੀ ਗੱਲ ਹੈ। ਫਿਰ ਤਾਂ ਸ਼ਹੀਦੀ ਦਾ ਜਿਹੜਾ ਰੁਤਬਾ ਹੈ, ਜਿਹੜੀ ਸ਼ਹਾਦਤ ਦੀ ਪਵਿੱਤਰਤਾ ਹੈ, ਉਹਨੂੰ ਢਾਹ ਲੱਗਦੀ ਹੁੰਦੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੇ ਮੈਂ ਹਾਂ ਸਤਨਾਮ ਸਿੰਘ। ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਖੜੇ ਹਾਂ ਤੇ ਆਗਾਜ਼ ਹੋਇਆ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤੇ ਦੀਪ ਸਿੱਧੂ ਵੱਲੋਂ ਆਗਾਜ਼ ਕੀਤਾ ਗਿਆ। ਜਿੱਥੇ ਦੀਪ ਸਿੱਧੂ ਹੋਵੇ ਤੇ ਉੱਥੇ ਫਿਰ ਪਲਵਿੰਦਰ ਸਿੰਘ ਤਲਵਾੜਾ ਨਾ ਹੋਵੇ ਤਾਂ ਹੋ ਨਹੀਂ ਸਕਦਾ। ਸੋ ਗੱਲਬਾਤ ਤੁਹਾਡੀ ਕਰਵਾ ਦਿੰਦੇ ਆ ਤਲਵਾੜਾ ਸਾਹਿਬ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਰਿਸ ਪੰਜਾਬ ਦੇ ਜਥੇਬੰਦੀ ਦਾ ਅੱਜ ਤੁਸੀਂ ਆਗਾਜ਼ ਕਰਤਾ, ਕਿਸ ਤਰ੍ਹਾਂ ਦੇ ਵਾਰਿਸ ਪੰਜਾਬ ਦੇ ਦੇਖਦੇ ਹੋ? ਦੇਖੋ ਇਹ ਜਿਹੜੀ ਜਥੇਬੰਦੀ ਬਣਾਈ ਹੈ ਵਾਰਿਸ ਪੰਜਾਬ ਦੇ, ਜਿਹੜੇ ਲੋਕ ਪੰਜਾਬ ਦੀਆਂ ਹੱਕਾਂ ਵਾਸਤੇ ਪੰਜਾਬ ਲਈ ਸੰਘਰਸ਼ ਕਰਨਗੇ ਉਹਨਾਂ ਲੋਕਾਂ ਦੀ ਜਥੇਬੰਦੀ ਹੈ ਔਰ ਇਹ ਜਥੇਬੰਦੀ ਦੇ ਵਿੱਚ ਜੋ ਸੰਗਤ ਕਹੂਗੀ ਉਹ ਫੈਸਲੇ ਲਾਗੂ ਕਰੇ ਜਾਣਗੇ। ਇਹ ਨਹੀਂ ਹੈ ਵੀ ਇਕੱਲਾ ਦੀਪ ਸਿੱਧੂ ਜਾਂ ਕੋਈ ਹੋਰ ਜਾਂ ਕੋਈ 5 ਮੈਂਬਰੀ ਕਮੇਟੀ ਜਾਂ ਕੋਈ ਹੋਰ ਉਹਨੂੰ ਲਾਗੂ ਕਰੀ ਜਾਊ ਨਾ। ਜੋ ਸੰਗਤ ਰੂਪੀ ਫੈਸਲੇ ਹੋਣਗੇ ਤੇ ਵਿਰਸਾ ਔਰ ਵਿਰਾਸਤ ਨਾਲ ਜੁੜੇ ਹੋਏ ਹੋਣਗੇ, ਗੁਰੂ ਸਾਹਿਬਾਨ ਦੇ ਜਿਹੜੇ ਫਲਸਫੇ ਨੇ ਉਹਨਾਂ 'ਤੇ ਜਥੇਬੰਦੀ ਚੱਲੂਗੀ। ਬੜੀਆਂ ਜਥੇਬੰਦੀਆਂ ਬੜੇ ਸਮੇਂ ਤੋਂ ਬਣਦੀਆਂ ਟੁੱਟਦੀਆਂ, ਮਤਭੇਦ ਹੋ ਜਾਂਦੇ ਨੇ, ਆਪਸੀ ਵਖਰੇਵੇਂ ਹੋ ਜਾਂਦੇ ਨੇ ਤੇ ਫਿਰ ਨਵੀਆਂ ਜਥੇਬੰਦੀਆਂ ਬਣ ਜਾਂਦੀਆਂ ਨੇ। ਦਾਅਵਾ ਕਰਦੇ ਹੋ ਕਿ ਸੰਗਤੀ ਰੂਪ ਦੇ ਵਿੱਚ ਹੀ ਹੋਣਗੇ ਤੇ ਚੱਲਦੀ ਰਹੂਗੀ ਜਥੇਬੰਦੀ? ਬਿਲਕੁਲ, ਇਸ ਗੱਲ ਦੀ ਮੈਂ ਗਰੰਟੀ ਲੈਣਾ। ਮੇਰੇ ਬਾਰੇ ਸਾਰਿਆਂ ਨੂੰ ਪਤਾ ਵੀ ਹੈ ਤੇ ਆਪਾਂ ਜਿਹੜੀ ਗੱਲ ਕਹਿ ਦਿੰਦੇ ਆ ਉਹ 'ਤੇ ਪੂਰਾ ਖੜਦੇ ਆ। ਜੋ ਸੰਗਤ ਰੂਪੀ ਫੈਸਲੇ ਹੋਣਗੇ ਉਹੀ ਲਾਗੂ ਹੋਣਗੇ। ਇਹ ਨਹੀਂ ਹੈ ਵੀ ਹੋਰ ਜਥੇਬੰਦੀਆਂ ਵਾਂਗ ਵੀ ਅੱਜ ਉਰੇ ਗੱਲ ਕਰ ਲਈ ਤੇ ਕੱਲ੍ਹ ਨੂੰ ਉਹ ਲਾਗੂ ਨਹੀਂ ਕਰਾਂਗੇ। ਇਹ ਬਿਲਕੁਲ ਨਹੀਂ ਹੋਊਗਾ। ਬਿਲਕੁਲ ਜੋ ਸੰਗਤ ਕਹੂਗੀ, ਜੋ ਗੁਰੂ ਸਾਹਿਬਾਨ ਦਾ ਸਿਧਾਂਤ ਹੈ, ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ, ਉਹਨਾਂ ਦੀਆਂ ਲੀਹਾਂ 'ਤੇ ਜੋ ਉਹਨਾਂ ਦੇ ਪੂਰਨੇ ਪਾਏ ਹੋਏ ਨੇ ਉਹਨਾਂ 'ਤੇ ਹੀ ਚੱਲੂਗੀ। ਸੰਗਤ ਰੂਪੀ ਫੈਸਲੇ ਲਾਗੂ ਹੋਣਗੇ, ਇਸ ਚੀਜ਼ ਦੀ ਗਰੰਟੀ ਹੈ। ਬੜੇ ਲੰਮੇ ਸਮੇਂ ਤੋਂ ਕਿਸਾਨੀ ਸੰਘਰਸ਼ ਵੀ ਚੱਲ ਰਿਹਾ, ਬਹੁਤ ਸਾਰੀ ਜਥੇਬੰਦੀਆਂ ਵੀ ਚੱਲ ਰਹੀਆਂ, ਤੁਸੀਂ ਉਹਨਾਂ ਦੇ ਨਾਲ ਮਿਲ ਕੇ ਕੰਮ ਵੀ ਕੀਤਾ। ਜਦੋਂ ਬਾਕੀ ਜਥੇਬੰਦੀਆਂ ਨਾਲ ਮਿਲ ਕੇ ਤੁਸੀਂ ਕੰਮ ਕਰ ਵੀ ਰਹੇ ਸੀ, ਬੜੇ ਵਧੀਆ ਕਿਸਾਨੀ ਸੰਘਰਸ਼ ਦੇ ਵਿੱਚ ਵੀ ਯੋਗਦਾਨ ਹਿੱਸਾ ਪਾ ਰਹੇ ਸੀ, ਕਿਉਂ ਲੋੜ ਮਹਿਸੂਸ ਹੁੰਦੀ ਹੈ ਕਿ ਇੱਕ ਨਵੀਂ ਜਥੇਬੰਦੀ ਬਣਾਈ ਜਾਵੇ? ਵਿਚਾਰ ਕਿੱਥੋਂ ਪੁੱਜਦਾ? ਬਿਲਕੁਲ ਕੋਈ ਵਿਚਾਰ ਨਹੀਂ ਸੀ ਸੁੱਝਿਆ। ਸੰਗਤ ਨੇ ਪ੍ਰੈਸ਼ਰ ਇੰਨਾ ਪਾਇਆ, ਵਿਦੇਸ਼ਾਂ ਦੀ ਸੰਗਤ ਨੇ, ਪੰਜਾਬ ਤੋਂ ਬਾਹਰ ਦੀ ਸੰਗਤ ਨੇ, ਜਿਹੜੀ ਭਾਰਤ 'ਚ ਵਸਦੀ ਆ, ਹਰਿਆਣੇ ਦੀ ਨੇ, ਯੂਪੀ ਦੀ ਨੇ ਤੇ ਹੋਰ ਜਿਹੜੇ ਪੰਜਾਬ ਤੋਂ ਬਾਹਰ ਸਿੱਖ ਵਸਦੇ ਨੇ ਤੇ ਪੰਜਾਬ ਦੇ ਨੌਜਵਾਨਾਂ ਨੇ। ਇਹ ਫੁਰਨਾ ਨਹੀਂ ਫੁਰਿਆ, ਇਹ ਸੰਗਤ ਨੇ ਕਹੇ ਤੇ ਹੀ ਬਣਾਈ ਹੈ, ਤਾਂ ਹੀ ਅੱਜ ਉਰੇ ਜਥੇਬੰਦੀ ਲਾਂਚ ਕਰੀ ਹੈ। ਅਸੀਂ ਤਾਂ ਚਾਹੁੰਦੇ ਨਹੀਂ ਸੀ ਵੀ ਜਿੰਨਾ ਚਿਰ ਸੰਘਰਸ਼ ਚੱਲਦਾ ਹੈ ਪਹਿਲਾਂ ਸੰਘਰਸ਼ ਲੜ ਕੇ ਸੰਘਰਸ਼ ਜਿੱਤਿਆ ਜਾਵੇ, ਪਰ ਸੰਗਤ ਨੇ ਇੰਨਾ ਪ੍ਰੈਸ਼ਰ ਪਾਇਆ, ਫਿਰ ਸੰਗਤ ਦੇ ਫੈਸਲੇ ਤੋਂ ਆਪਾਂ ਭੱਜ ਨਹੀਂ ਸੀ ਸਕਦੇ। ਸੰਗਤ ਦੀ ਜਿਹੜੀ ਆਪਣੀ ਗੱਲ ਸੀ, ਜਿਹੜੀ ਤੁਸੀਂ ਪਹਿਲਾਂ ਕਹਿ ਕੇ ਹਟੇ ਹੋ ਵੀ ਸੰਗਤ ਦਾ ਹੀ ਫੈਸਲਾ ਮੰਨਿਆ ਜਾਣਾ ਸੀ, ਸੰਗਤ ਨੇ ਕਿਹਾ। ਤੁਸੀਂ ਅੱਜ ਇਕੱਠ ਵੀ ਦੇਖ ਲਿਆ,
ਅਸੀਂ ਤਾਂ ਕਿਸੇ ਨੂੰ ਇੰਨਾ ਕਹਿ ਵੀ ਨਹੀਂ ਸਕੇ। ਫੇਸਬੁੱਕ ਤੇ ਹੀ ਸੁਨੇਹਾ ਲਾਇਆ ਸੀ, ਕਿੰਨੀ ਉਤਸ਼ਾਹ ਨਾਲ ਨੌਜਵਾਨ ਆਇਆ ਔਰ ਸਾਰਾ ਨੌਜਵਾਨ ਸੀ। ਵਾਰਿਸ ਪੰਜਾਬ ਦੇ ਜਥੇਬੰਦੀ ਇੱਕ ਪੋਲੀਟੀਕਲ ਆਰਗੇਨਾਈਜੇਸ਼ਨ ਬਣੇਗੀ ਆਉਣ ਵਾਲੇ ਸਮੇਂ ਦੇ ਵਿੱਚ, ਚੋਣਾਂ ਵਿੱਚ ਵੀ ਦੇਖਿਆ ਜਾਵੇਗਾ, ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਜਿਹੜਾ ਹੈਗਾ ਇਸ ਗੱਲ ਦਾ ਰੌਲਾ ਚੱਲ ਰਿਹਾ ਕਿ ਅਸੀਂ ਤਾਂ ਕਹਿੰਦੇ ਸੀ ਦੀਪ ਸਿੱਧੂ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਲੜੇਗਾ। ਇੱਕ ਪਾਰਟੀ ਦੇ ਵਿੱਚੋਂ ਦੇਖਿਆ ਜਾ ਰਿਹਾ ਹੈ, ਸ਼ਾਇਦ ਜਿੱਥੇ ਤੱਕ ਕਲੀਅਰ ਨਹੀਂ ਹੋ ਸਕਿਆ ਕੁਝ ਲੋਕਾਂ ਨੂੰ, ਕਿ ਇੱਕ ਪਾਰਟੀ ਨਵੀਂ ਦੀਪ ਸਿੱਧੂ ਬਣਾਏਗਾ। ਕੁਝ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਵੀ ਲੜੇਗੀ ਇਹ ਜਥੇਬੰਦੀ। ਦੇਖੋ, ਮੈਂ ਤੁਹਾਨੂੰ ਪਹਿਲਾਂ ਕਹਿਤਾ, ਫਿਲਹਾਲ ਜਿਹੜੀ ਜਥੇਬੰਦੀ ਬਣਾਈ ਹੈ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰਨ ਲਈ, ਜਿਹੜੇ ਪੰਜਾਬ ਦੇ ਵੱਡੇ ਮੁੱਦੇ ਨੇ ਉਹਨਾਂ ਸਾਰਿਆਂ ਤੇ ਸੰਘਰਸ਼ ਉੱਥੇ ਬੋਲ ਕੇ ਦੱਸਤਾ ਤੁਹਾਨੂੰ ਸਾਰਿਆਂ ਦੇ ਸਾਹਮਣੇ ਹੀ ਹੈ, ਉਹਦੇ ਵਾਸਤੇ ਬਣਾਈ ਹੈ। ਚੋਣਾਂ ਲੜਨ ਦਾ ਫਿਲਹਾਲ ਕੋਈ ਇਰਾਦਾ ਨਹੀਂ, ਪਰ ਮੈਂ ਤੁਹਾਨੂੰ ਇਹ ਗੱਲ ਪਹਿਲਾਂ ਵੀ ਕਹੀ, ਹੁਣ ਵੀ ਕਹਿੰਦਾ, ਜੇ ਸੰਗਤ ਕਹੂਗੀ ਕੁਛ ਬੰਦੇ ਚੋਣਾਂ ਲੜਨਾ ਚਾਹਣਗੇ ਤਾਂ ਲੜ ਵੀ ਲੈਣਗੇ। ਅਸੀਂ ਉਹਨਾਂ ਦੇ ਡਟ ਕੇ ਸਪੋਰਟ ਕਰਾਂਗੇ, ਉਹਨਾਂ ਦਾ ਸਮਰਥਨ ਕਰਾਂਗੇ। ਪੰਜਾਬ ਵਾਸੀਆਂ ਨੂੰ ਵੀ ਇਹੀ ਪਹਿਲਾਂ ਵੀ ਬੇਨਤੀ ਕਰਦੇ ਹਾਂ, ਹੁਣ ਵੀ ਬੇਨਤੀ ਇਹੀ ਕਰਦੇ ਹਾਂ ਕਿ ਵਧੀਆ ਬੰਦੇ ਤਾਂ ਚੁਣ ਲਈਏ ਜਿਹੜੇ ਪੰਜਾਬ ਦੇ ਹੱਕ 'ਚ ਖੜਨ, ਨਹੀਂ ਤਾਂ ਆਪਾਂ ਜਿਤਾ ਦਿੰਦੇ ਹਾਂ ਜਾ ਕੇ ਦਿੱਲੀ ਦੇ ਹੱਥ ਟੋਕੇ ਬਣ ਜਾਂਦੇ ਨੇ। ਜੋ ਦਿੱਲੀ ਕਹਿੰਦੀ ਹੈ ਉਹੀ ਆਪਣਾ ਉਹ ਕਰਦੇ ਨੇ। ਇਸ ਤੋਂ ਆਪਾਂ ਹਟ ਕੇ ਨੌਜਵਾਨ ਅੱਗੇ ਆਉਣ, ਚੋਣਾਂ ਲੜਨ, ਠੀਕ ਹੈ, ਉਹਨਾਂ ਦੀ ਪੂਰੀ ਠੋਕ ਕੇ ਮਦਦ ਕਰੀ ਜਾਊਗੀ। ਔਰ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ 2022 ਦੇ ਵਿੱਚ ਉਹ ਬੰਦੇ ਚੁਣਿਓ ਜਿਹੜੇ ਪੰਜਾਬ ਦੀ ਗੱਲ ਕਰਨ, ਪੰਜਾਬੀਅਤ ਦੀ ਗੱਲ ਕਰਨ, ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਚੁਣੀਏ ਜਿਹੜੇ ਆਪਦਾ ਭਵਿੱਖ ਆਪ ਤੈਅ ਕਰਨ। ਬਾਹਰਲੇ ਦੇਸ਼ਾਂ 'ਚ ਆਪਾਂ ਦੇਖਦੇ ਹਾਂ ਕਿ ਨੌਜਵਾਨ ਸੱਤਾ 'ਚ ਹੁੰਦੇ ਨੇ, ਬਜ਼ੁਰਗਾਂ ਨੂੰ ਪੈਨਸ਼ਨ ਦਿੰਦੇ ਨੇ। ਉਰੇ ਆਪਣੇ ਉਲਟ ਹੈ, ਬਜ਼ੁਰਗ ਰਾਜ ਕਰਦੇ ਨੇ, ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦਿੰਦੇ ਨੇ ਜਾਂ ਬੇਰੁਜ਼ਗਾਰੀ ਦਿੱਤੀ ਹੋਈ ਹੈ। ਇਸ ਕਰਕੇ ਨੌਜਵਾਨ ਆਪਦਾ ਭਵਿੱਖ ਆਪ ਬਣਾਉਣ, ਰਾਜਨੀਤੀ 'ਚ ਆਉਣ, ਚੋਣਾਂ ਲੜਨ, ਅਸੀਂ ਉਹਨਾਂ ਦੀ ਠੋਕ ਕੇ ਮਦਦ ਕਰਾਂਗੇ। ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੱਡੀਆਂ ਘਟਨਾਵਾਂ ਹੁੰਦੀਆਂ, ਗੁਰੂ ਸਾਹਿਬ ਦੀ ਬੇਅਦਬੀ ਹੋ ਜਾਂਦੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ, ਤਾਂ ਤੁਸੀਂ ਇਲਜ਼ਾਮ ਜਿਹੜੇ ਹੈਗੇ ਤੁਹਾਡੇ ਰਹਿੰਦੇ ਆ ਕਿ ਕਮੇਟੀ ਦੇ ਉੱਤੇ, ਸ਼੍ਰੋਮਣੀ ਕਮੇਟੀ ਇਸ ਦੇ ਲਈ ਸਿੱਧੇ ਤੌਰ ਤੇ ਜਿਹੜੀ ਜ਼ਿੰਮੇਵਾਰ ਹੈ, ਤੁਸੀਂ ਜਥੇਦਾਰਾਂ ਦੇ ਉੱਤੇ ਵੀ ਇਲਜ਼ਾਮ ਲਗਾਉਂਦੇ ਹੋ ਸਿੱਧੇ ਤੌਰ ਤੇ ਕਿ ਉਹ ਜ਼ਿੰਮੇਵਾਰ ਨੇ। ਹੁਣ ਵਾਰਿਸ ਪੰਜਾਬ ਦਾ ਤੁਸੀਂ ਬਣਾ ਦਿੱਤੀ ਆਰਗੇਨਾਈਜੇਸ਼ਨ, ਹੁਣ ਸਖਤ ਵਿਰੋਧ ਉਹਨਾਂ ਦਾ ਹੋਊਗਾ। ਜਿਹੜੇ ਮਸਲੇ ਨਹੀਂ ਹੱਲ ਹੋ ਸਕੇ ਸੀ, ਜਿਹੜੇ ਨਹੀਂ ਤੁਸੀਂ ਕਹਿੰਦੇ ਕਿ ਜ਼ਿੰਮੇਵਾਰ ਆ, ਉਹਨਾਂ ਦਾ ਫਿਰ ਵਿਰੋਧ ਤਾਂ ਉਹਨਾਂ ਦੀ ਪੂਰੀ ਡਟ ਕੇ ਕਰੋਗੇ? ਬਿਲਕੁਲ ਕਰਾਂਗੇ ਜੀ। ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋ ਰਹੀ ਹੈ, ਇਹਦੇ ਬਾਰੇ ਚਾਹੇ ਜਥੇਦਾਰ ਸਾਹਿਬਾਨ ਦੀ ਵਿਰੋਧਤਾ ਕਰਨੀ ਪਵੇ, ਚਾਹੇ ਸ਼੍ਰੋਮਣੀ ਕਮੇਟੀ ਦੀ ਕਰਨੀ ਪਵੇ, ਚਾਹੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਕਰਨੀ ਪਵੇ, ਉਹ ਡਟ ਕੇ ਵਿਰੋਧਤਾ ਕਰਾਂਗੇ। ਗੁਰੂ ਸਾਹਿਬ ਨੂੰ ਸਮਰਪਿਤ ਜਥੇਬੰਦੀ ਹੈ ਔਰ ਗੁਰੂ ਸਾਹਿਬ ਤੋਂ ਓਟ ਆਸਰਾ ਲੈ ਕੇ ਅਸੀਂ ਇਹ ਬਣਾਈ ਹੈ ਔਰ ਉਹਨਾਂ ਤੇ ਭਰੋਸਾ ਰੱਖ ਕੇ ਸਾਰਾ ਕੁਝ ਕਰਾਂਗੇ। ਸੋ ਬਿਲਕੁਲ ਸਾਡੇ ਨਾਲ ਸੀ ਪਲਵਿੰਦਰ ਸਿੰਘ ਤਲਵਾੜਾ ਜੀ, ਜਿਨ੍ਹਾਂ ਨੇ ਜਥੇਬੰਦੀ ਦੇ ਵਿਸਤਾਰ ਬਾਰੇ ਦੱਸਿਆ। ਪਰ ਜਿੱਥੇ ਜਥੇਬੰਦੀ ਤੁਸੀਂ ਇੱਕ ਬਣਾ ਲਈ, ਤਾਂ ਪੰਜਾਬ ਦੀ ਰਾਜਨੀਤੀ ਨੂੰ ਫਿਰ ਤੁਸੀਂ ਕਿੱਦਾਂ ਦੇਖਦੇ ਹੋ? ਜੇ ਤੁਸੀਂ ਕਹਿ ਰਹੇ ਹੋ ਕਿ ਹਜੇ ਰਾਜਨੀਤੀ ਦੇ ਤੌਰ ਤੇ ਤੁਹਾਡਾ ਕੋਈ ਇਰਾਦਾ ਨਹੀਂ ਹੈਗਾ ਆਉਣ ਦਾ, ਪਰ ਜੇਕਰ ਰਾਜ ਨਹੀਂ ਹੋਊਗਾ ਫਿਰ ਧਰਮ ਕਿੱਦਾਂ ਚੱਲੂਗਾ? ਰਾਜ ਤੇ ਬਿਨਾਂ ਧਰਮ ਨਹੀਂ ਚੱਲ ਸਕਦਾ, ਗੁਰੂ ਸਾਹਿਬ ਦਾ ਫਰਮਾਨ ਆ। ਰਾਜਨੀਤੀ ਵੱਲ ਕਿੱਦਾਂ ਦੇਖਦੇ ਹੋ? ਦੇਖੋ, ਰਾਜਨੀਤੀ ਬਾਰੇ ਤੁਹਾਨੂੰ ਤਾਂ ਸਪਸ਼ਟ ਕਰਤਾ ਵੀ ਜੇ ਸੰਗਤ ਕਹੂਗੀ ਵੋਟਾਂ 'ਚ ਖੜੇ ਹੋਣਾ, ਚੋਣਾਂ ਲੜਨੀਆਂ ਨੇ, ਜਿਹੜੇ ਨੌਜਵਾਨ ਚੋਣਾਂ ਲੜਨੀਆਂ ਚਾਹਣਗੇ, ਜਿਹੜੇ ਸਮਰੱਥਾ ਰੱਖਦੇ ਨੇ, ਇਹ ਚੋਣ ਨੂੰ ਹੀ ਥੋੜ੍ਹੋ ਲੜ ਹੋ ਜਾਂਦੀ ਹੈ। ਚੋਣ ਲੜਨ ਵਾਸਤੇ ਬੰਦੇ ਨੂੰ ਆਪਣੇ ਤੌਰ ਤੇ ਕੰਮ ਵੀ ਕਰਿਆ ਹੋਣਾ ਚਾਹੀਦਾ। ਉਹ ਜੇ ਨੌਜਵਾਨ ਚੋਣਾਂ ਲੜਨਗੇ, ਉਹਨਾਂ ਦੀ ਸਪੋਰਟ ਕਰਾਂਗੇ ਔਰ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਉਹ ਬਦਲੀ ਜਾਊਗੀ। ਸੰਗਤ ਨੇ ਬਦਲਣੀ ਹੁੰਦੀ ਹੈ, ਕੱਲੇ ਤੇ ਦੀਪ ਸਿੱਧੂ ਦੇ ਕਹੇ ਤੇ, ਮੇਰੇ ਕਹੇ ਤੇ ਜਾਂ ਹੋਰ ਕਹੇ ਤੇ ਤਾਂ ਬਦਲਣੀ ਹੋਣੀ, ਇਹ ਤਾਂ ਸੰਗਤ ਨੇ ਬਦਲਣੀ ਹੈ। ਸੰਗਤ ਨੂੰ ਵਧੀਆ ਚਿਹਰੇ ਜੇ ਲੱਗੇ ਆਉਣਗੇ ਤਾਂ ਸੰਗਤ ਬਦਲ ਦੂਗੀ। ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ, ਨੌਜਵਾਨਾਂ ਨੂੰ ਚੋਣਾਂ ਲੜਨੀਆਂ ਚਾਹੀਦੀਆਂ ਨੇ। ਅਸੀਂ ਤਨ ਮਨ ਧਨ ਉਹਨਾਂ ਦੀ ਪੂਰੀ ਸਪੋਰਟ ਕਰਾਂਗੇ। ਵਧੀਆ ਨੌਜਵਾਨ ਜਿਹੜੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰਨਗੇ। ਤੁਹਾਨੂੰ ਲੱਗਦਾ ਵੀ ਜਿੱਦਾਂ ਕੁਝ ਲੋਕ ਤੁਹਾਡੇ ਹੱਕ ਦੇ ਵਿੱਚ ਵੀ ਨੇ, ਕੁਝ ਵਿਰੋਧ ਦੇ ਵਿੱਚ ਵੀ ਨੇ, ਵੱਡੀ ਗਿਣਤੀ ਦਾ ਜਿਹੜਾ ਹੈਗਾ ਤੁਹਾਨੂੰ ਸਾਥ ਮਿਲ ਸਕੇਗਾ? ਕਿਉਂਕਿ ਦੀਪ ਸਿੱਧੂ ਦਾ ਪਿੱਛੇ ਜਿਹੜਾ ਬਿਆਨ ਆ ਜਾਂਦਾ ਹੈ ਕਿ ਕਿਸਾਨ ਜਿਹੜੇ ਹੈਗੇ ਨੇ ਉੱਥੇ ਬੈਠੇ ਸ਼ਹੀਦ ਨਹੀਂ ਹੈਗੇ, ਬਹੁਤ ਜ਼ਿਆਦਾ ਵਿਰੋਧ ਹੁੰਦਾ। ਲੱਗਦਾ ਕਿ ਲੋਕ ਮਗਰ ਹੁਣ ਤੁਰਨਗੇ? ਉਹ ਇਹ ਤਾਂ ਯਾਰ ਆਈਟੀ ਸੈੱਲਾਂ ਵਾਲੇ ਨੇ, ਇਹਦਾ ਵਿਰੋਧ ਤਾਂ ਗੁਰੂ ਸਾਹਿਬਾਨ ਦਾ ਵੀ ਕਰੀ ਗਏ ਨੇ। ਵਿਰੋਧ ਤਾਂ ਇਹਨਾਂ ਨੇ, ਇਹ ਜਿਹੜੇ ਵਿਰੋਧ ਕਰਨ ਵਾਲੇ ਨੇ ਤਾਂ ਟੋਲਾ ਇੱਕ, ਇਹਨਾਂ ਨੇ ਹਰੇਕ ਦਾ ਹੀ ਕਰਨਾ, ਠੀਕ ਹੈ ਨਹੀਂ? ਜਿਹੜੀ ਉੱਥੇ ਦੀਪ ਨੇ ਗੱਲ ਕਹੀ ਤੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਉਹ ਤਾਂ ਇੱਕ ਸ਼ਹੀਦੀ ਦੀ ਪਰਿਭਾਸ਼ਾ ਉਹਨੇ ਦੱਸੀ ਤੀ ਵੀ ਸ਼ਹੀਦ ਦੀ ਪਰਿਭਾਸ਼ਾ ਆਏ। ਉਹ ਇੱਕ ਮੁੰਡਾ ਸੀ, ਤੁਸੀਂ 2 ਮੇਰੀਆਂ ਵੀਡੀਓਆਂ ਕੱਢ ਕੇ ਦੇਖਿਓ, ਮੈਂ ਉਹਦੀ ਠਕਾਈ ਕਰੀ ਹੈ ਚੰਗੀ ਤਰ੍ਹਾਂ। ਉਹਨੂੰ ਮੈਂ ਕਿਹਾ ਵੀ ਆਹ ਮੁੱਦਿਆਂ ਤੇ ਵੀ ਤੂੰ ਉੱਠ ਕੇ ਕਰ ਗੱਲ। ਹੁਣ ਤੁਸੀਂ ਦੇਖਿਓ ਦੀਪ ਦੇ ਬੋਲਣ ਤੋਂ ਬਾਅਦ ਮੈਂ ਬੋਲਿਆ, ਕੋਈ ਬੋਲਿਆ ਉਹ ਹੁਣ ਪਰਸੋਂ ਚੌਥੇ ਮੈਂ ਫੇਰ ਬੋਲ ਕੇ ਆਇਆ, ਉੱਥੇ ਹੀ ਉਹ ਫੇਰ ਬੈਠੇ ਸੀ, ਇੱਕ ਸ਼ਬਦ ਨਹੀਂ ਉਹਨਾਂ ਨੂੰ ਆਇਆ। ਇਹ ਤਾਂ ਸਿਰਫ ਤੇ ਸਿਰਫ ਇਹਨਾਂ ਦਾ ਮਕਸਦ ਇਹੀ ਆ ਵੀ ਦੀਪ ਸਿੱਧੂ ਦਾ ਵਿਰੋਧ ਕਰਨਾ। ਜੇ ਉਹ ਚੰਗੀ ਗੱਲ ਕਹਿੰਦਾ ਉਹਦਾ ਵੀ ਇਹਨਾਂ ਨੇ ਵਿਰੋਧ ਕਰਨਾ। ਜੇ ਕੋਈ ਪੰਜਾਬ ਦੇ ਹੱਕ ਦੀ ਕਹਿੰਦਾ ਜਾਂ ਕੋਈ ਇਹਨਾਂ ਨੂੰ ਲੱਗਦਾ, ਵੈਸੇ ਉਹਨੇ ਅੱਜ ਤੱਕ ਕਦੇ ਕੋਈ ਪੰਜਾਬ ਦੇ ਉਲਟ, ਪੰਜਾਬੀਅਤ ਦੇ ਉਲਟ ਜਾਂ ਕਿਸਾਨੀ ਸੰਘਰਸ਼ ਦੇ ਉਲਟ ਗੱਲ ਕਹੀ ਨਹੀਂ। ਉਹ ਜਿਹੜੀ ਸੱਚ ਬੋਲ ਦਿੰਦਾ
100% ਸੱਚ ਬੋਲਦੇ ਤਾਂ ਉਹਦਾ ਬਾਤ ਦਾ ਪਤੰਗੜ ਬਣਾ ਲੈਂਦੇ ਨੇ। ਫਿਰ ਦੇਖੋ ਕਲਿੱਪਾਂ ਜੀਆਂ ਕੱਢ ਲੈਂਦੇ ਨੇ, ਉਹ ਪਾ ਦਿੰਦੇ ਨੇ, ਪੂਰੀ ਵੀਡੀਓ ਤਾਂ ਪਾਉਂਦੇ ਹੀ ਨਹੀਂ, ਨਾ ਇਹ ਇੰਨੇ ਜੋਗੇ ਹੈਗੇ ਨੇ। ਇਹਨਾਂ ਦਾ ਕੰਮੇ ਇਹੀ ਹੈ ਵੀ ਹਰ ਇੱਕ ਟਾਰਗੇਟ ਕਰਿਆ ਹੋਇਆ ਵੀ ਇਹ ਜਿਹੜੀ ਵੀ ਗੱਲ ਕਰੂ ਉਹਦੀ ਵਿਰੋਧਤਾ ਕਰਨੀ ਹੈ। ਤਲਵਾੜਾ ਸਾਹਿਬ, ਤੁਸੀਂ ਕਿੱਦਾਂ ਦੇਖਦੇ ਹੋ ਕਿ ਜਿਹੜੀ ਸ਼ਹਾਦਤ ਹੁੰਦੀ ਹੈ ਉਹਨੂੰ ਧਰਮ ਦੇ ਪ੍ਰਵੇਖ ਵਿੱਚ ਇੱਕ ਹੋਰ ਤਰੀਕੇ ਨਾਲ ਦੇਖਿਆ ਜਾਣਾ ਚਾਹੀਦਾ ਹੈ, ਜਾਂ ਹੋਰ ਸ਼ਹਾਦਤਾਂ ਤਾਂ ਬਹੁਤ ਹੁੰਦੀਆਂ ਨੇ। ਇੱਕ ਪੁਲਿਸ ਕਰਮੀ ਹੁੰਦਾ, ਉਹ ਕਿਸੇ ਮੁੱਠਭੇੜ ਦੇ ਵਿੱਚ ਸ਼ਹੀਦ ਹੋ ਜਾਂਦਾ, ਉਹਨੂੰ ਵੀ ਪੁਲਿਸ ਕਹਿੰਦੀ ਕਿ ਸਾਡਾ ਇਹ ਸ਼ਹੀਦ ਹੈ। ਕੋਈ ਹੋਰ ਆਰਮੀ ਵਿੱਚ ਹੋਵੇ, ਉਹ ਵੀ ਇੱਕ ਅਲੱਗ ਤੌਰ ਤੇ ਸ਼ਹੀਦ ਮੰਨਿਆ ਜਾਂਦਾ ਹੈ। ਹੋਰ ਕੋਈ ਧਰਨਿਆਂ ਦੇ ਵਿੱਚ ਹੋਵੇ, ਹੋਰ ਵੀ ਧਰਨੇ ਪੰਜਾਬ 'ਚ ਬਹੁਤ ਲੱਗੇ, ਉਹਨਾਂ ਦੇ ਵਿੱਚ ਕੋਈ ਸ਼ਹੀਦ ਹੋਵੇ, ਉਹਨੂੰ ਵੀ ਉਹ ਸ਼ਹੀਦ ਮੰਨਦੇ ਆ। ਜੇ ਉਹ ਆਪਣੇ ਸ਼ਹੀਦਾਂ ਨੂੰ ਉੱਥੇ ਮਰਨ ਵਾਲੇ ਬੰਦਿਆਂ ਨੂੰ ਸ਼ਹੀਦ ਕਹਿ ਲੈਂਦੇ ਆ ਤਾਂ ਹਰਜ ਵੀ ਕੀ ਸੀ, ਲੋੜ ਕੀ ਸੀ ਉੱਥੇ ਇਹ ਗੱਲ ਕਹਿਣ ਦੀ? ਤੁਹਾਨੂੰ ਲੱਗਦਾ ਕਿ ਜ਼ੁਬਾਨ ਫਿਸਲ ਗਈ ਜਾਂ ਇਹ ਗਲਤ ਗੱਲ ਕਹਿ ਹੋ ਗਈ? ਸ਼ਹਾਦਤ ਦੇ ਜਿਹੜੇ ਪ੍ਰਪੇਕ ਹੈਗੇ ਨੇ ਧਰਮ 'ਚ ਅਲੱਗ ਜਾਂ ਹੋਰ ਅਲੱਗ-ਅਲੱਗ ਚੀਜ਼ਾਂ ਦੇ ਵਿੱਚ ਅਲੱਗ-ਅਲੱਗ ਹੋ ਸਕਦੇ ਨੇ? ਦੇਖੋ, ਜਿਹੜੀ ਸ਼ਹਾਦਤ ਹੈ ਇਹ ਬੜੀ ਪਵਿੱਤਰ ਹੁੰਦੀ ਹੈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਸ਼ਹਾਦਤ ਹੈ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਹੈ, ਬਾਬਾ ਦੀਪ ਸਿੰਘ ਉਹਨਾਂ ਦੀ ਸ਼ਹਾਦਤ ਹੈ, ਭਾਈ ਮਨੀ ਸਿੰਘ ਉਹਨਾਂ ਦੀ ਸ਼ਹਾਦਤ ਹੈ, ਮੌਜੂਦਾ ਸਮੇਂ ਦੇ ਵਿੱਚ ਸੰਤ ਜਰਨੈਲ ਸਿੰਘ ਉਹਨਾਂ ਦੀ ਸ਼ਹਾਦਤ ਹੈ, ਜਿਹੜੇ ਉਹਨਾਂ ਦੇ ਨਾਲ ਅਕਾਲ ਤਖਤ ਸਾਹਿਬ ਦੀ, ਦਰਮੰਦਰ ਸਾਹਿਬ ਦੀ ਰਾਖੀ ਕਰਦੇ ਸ਼ਹੀਦ ਹੋ ਗਏ, ਉਹਨਾਂ ਦੀਆਂ ਸ਼ਹਾਦਤਾਂ ਨੇ। ਇਹ ਜਿਹੜੀਆਂ ਆਪਾਂ ਆਪਣੇ ਹੱਕਾਂ ਲਈ ਜਾਂ ਉਹਦੇ ਲਈ ਆਪਾਂ ਲੜਦੇ ਆਂ, ਨਿੱਜ ਦੀਆਂ ਲੜਾਈਆਂ ਲੜਦੇ ਆਂ, ਜਾਂ ਆਪਾਂ ਹੋਰ ਕਹਿ ਦਿੰਦੇ ਆ ਇਹ ਕਾਮਰੇਡ ਤਾਂ ਇੱਕ ਸਿਨੇਮੇ 'ਚ ਇਹਨਾਂ ਦੇ ਹੋ ਗਏ ਸੀ, ਉਹਨੂੰ ਵੀ ਸ਼ਹੀਦ ਦੱਸੀ ਜਾਂਦੇ ਨੇ। ਇਹ ਤਾਂ ਕਿਤੇ ਧਰਨਾ ਲਾਉਣ ਜਾਂਦੇ, ਹੁਣ ਸਾਈਕਲ ਤੋਂ ਗਿਰ ਕੇ ਕੋਈ ਮਰ ਜਾਵੇ ਉਹਨੂੰ ਵੀ ਸ਼ਹੀਦ ਬਣਾ ਦਿੰਦੇ ਨੇ। ਇਸ ਤਰ੍ਹਾਂ ਜਿਹੜੀ ਸ਼ਹੀਦੀ ਦੀ ਪਰਿਭਾਸ਼ਾ ਇਹ ਨਹੀਂ, ਸਾਡੇ ਗੁਰੂ ਜੋ ਸ਼ਹੀਦੀ ਦੀ ਪਰਿਭਾਸ਼ਾ ਸਾਨੂੰ ਦੱਸ ਕੇ ਗਏ ਨੇ, ਕਹਿ ਕੇ ਗਏ ਨੇ, ਅਸੀਂ ਉਹਨਾਂ ਸ਼ਹਾਦਤਾਂ ਨੂੰ ਹੀ ਸ਼ਹਾਦਤਾਂ ਮੰਨਦੇ ਹਾਂ। ਇਹ ਕੁਰਬਾਨੀਆਂ ਨੇ, ਇਹਨਾਂ ਅੱਗੇ ਸਾਡਾ ਸਿਰ ਝੁਕਦਾ। ਤੁਸੀਂ ਦੇਖੋ ਵੀ ਕਿੰਨੀਆਂ ਉੱਥੇ ਖੁਦਕਸ਼ੀਆਂ ਵੀ ਕਿੰਨੀਆਂ ਹੋ ਗਈਆਂ, ਠੀਕ ਹੈ। ਉਹ ਕੀ ਆਪਾਂ ਉਹਨਾਂ ਨੂੰ ਸ਼ਹੀਦ ਮੰਨ ਲਾਂਗੇ? ਜਿਹੜੀ ਖੁਦਕਸ਼ੀ ਕਰ ਲਈ ਉਹਨੂੰ ਕਿੱਥੋਂ ਤੁਸੀਂ ਸ਼ਹੀਦ ਮੰਨ ਲੈਂਗੇ? ਬਾਬਾ ਰਾਮ ਸਿੰਘ ਹੋਣੀ ਸੀ, ਉਹਨਾਂ ਨੇ ਗੋਲੀ ਮਾਰ ਕੇ, ਆਪਾਂ ਉਹਨਾਂ ਨੂੰ ਸ਼ਹੀਦ ਕਿਵੇਂ ਕਹਿ ਸਕਦੇ ਹਾਂ? ਸ਼ਹਾਦਤ ਦਾ ਪਵਿੱਤਰ ਜਿਹੜਾ ਦਰਜਾ ਉਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਨਹੀਂ ਦਿੱਤਾ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਾਂ ਸ਼ਹੀਦ ਕਹਿੰਦੇ ਆ। ਇਸ ਕਰਕੇ ਜਿਹੜੀ ਸ਼ਹਾਦਤ ਦੀ ਪਰਿਭਾਸ਼ਾ ਉਹਨੂੰ ਸਮਝਣ ਦੀ ਲੋੜ ਹੈ। ਇਹ ਛੋਟੀਆਂ ਗੱਲਾਂ ਨੂੰ ਛੱਡ ਕੇ ਬਹੁਤ ਉੱਚ ਦਰਜੇ ਦੀ ਜਿਹੜੀ ਹੈਗੀ ਆ ਸੋਚ ਰੱਖ ਕੇ ਸ਼ਹਾਦਤ ਸਮਝਣੀ ਚਾਹੀਦੀ ਹੈ। ਹਰੇਕ ਗੱਲ ਨੂੰ ਨਿੱਜ ਲਈ ਜਾਂ ਹੋਰ ਗੱਲਾਂ ਲਈ ਨਹੀਂ ਸ਼ਹਾਦਤ ਵਿੱਚ ਆਉਣੀ ਚਾਹੀਦੀ। ਅਰੇ ਆਉਂਦੀ ਵੀ ਨਹੀਂ, ਅਸੀਂ ਯਾਰ ਇਸ ਚੀਜ਼ ਨੂੰ ਮੰਨਦੇ ਵੀ ਨਹੀਂ। ਜੇ ਉਹਨਾਂ ਨੇ ਸ਼ਹੀਦ ਕਹਿ ਵੀ ਦਿੱਤਾ ਪਰ ਸਾਡੇ ਸ਼ਹੀਦਾਂ ਨਾਲ ਤਾਂ ਨਹੀਂ ਮਿਲਾਇਆ, ਉਹਨਾਂ ਦੀ ਬਰਾਬਰੀ ਤਾਂ ਕੀਤੀ ਵੀ ਨਹੀਂ ਜਾ ਸਕਦੀ, ਨਾ ਉਹਨਾਂ ਨੂੰ ਉਹਨਾਂ ਦੇ ਬਰਾਬਰ ਖੜੇ ਕਦੀ ਕੀਤਾ ਜਾ ਸਕਦਾ, ਭਾਵੇਂ ਅੱਜ ਕਹਿ ਲਓ ਜਾਂ ਆਉਣ ਵਾਲੀ ਸਦੀਆਂ ਤੱਕ ਵੀ ਕਹਿ ਲਓ। ਜਿਹੜੇ ਉਹ ਸ਼ਹੀਦ ਹੋ ਗਏ, ਜਿਹੜੀਆਂ ਕੁਰਬਾਨੀਆਂ ਉਹ ਦੇ ਗਏ, ਆਪਣੇ ਪਰਿਵਾਰ ਵਾਰ ਗਏ, ਆਪਣਾ ਆਪਾ ਕੁਰਬਾਨ ਕਰ ਗਏ, ਉਹਨਾਂ ਦੇ ਬਰਾਬਰ ਤਾਂ ਕਿਸੇ ਨੂੰ ਤੁੱਲ ਖੜੇ ਕੀਤੇ ਜਾ ਹੀ ਨਹੀਂ ਸਕਦਾ, ਭਾਵੇਂ ਅੱਜ ਕੋਈ ਸ਼ਹੀਦ ਬਣਾ ਦਿੱਤਾ ਜਾਵੇ, ਭਾਵੇਂ ਕੱਲ੍ਹ ਬਣਾ ਦਿੱਤਾ ਜਾਵੇ। ਪਰ ਅਜਿਹੇ ਮੁੱਦਿਆਂ ਦੀ ਤੁਹਾਨੂੰ ਲੱਗਦਾ ਕਿ ਲੋੜ ਹੈਗੀ ਹੈ ਛੇੜਨ ਦੀ? ਨਹੀਂ, ਛੇੜਿਆ ਨਹੀਂ, ਬਿਲਕੁਲ ਉਹ ਮੁੱਦਾ ਨਹੀਂ ਛੇੜਿਆ। ਉਹ ਤਾਂ ਇੱਕ ਚਲਦੀ ਗੱਲ 'ਚੋਂ ਦੀਪ ਸਿੱਧੂ ਨੇ ਦੱਸਿਆ ਸੀ ਵੀ ਸ਼ਹੀਦ ਦੀ ਪਰਿਭਾਸ਼ਾ ਕੀ ਹੁੰਦੀ ਹੈ। ਹਾਰਟ ਅਟੈਕ ਨਾ ਮਰ ਜਾਵੇ ਕੋਈ, ਉਹਨੇ ਇਹੀ ਗੱਲ ਕਹੀ ਸੀ ਨਾ, ਜਾਂ ਕੋਈ ਬਿਮਾਰੀ ਨਾ ਮਰ ਜਾਵੇ। ਉੱਥੇ ਜਿਹੜੇ ਬਜ਼ੁਰਗ ਗਏ ਨੇ ਉਹਨਾਂ ਦਾ ਸਤਿਕਾਰ ਕਰਦੇ ਆ, ਉਹਨਾਂ ਨੇ ਕੁਰਬਾਨੀ ਕੀਤੀ ਹੈ, ਠੀਕ ਹੈ। ਤੇ ਉੱਥੇ ਜਿਹੜੇ ਬਿਮਾਰੀਆਂ ਨਾਲ ਇਹ ਗੱਲ ਹੋਈ ਆ, ਉਹਨਾਂ ਨੂੰ ਆਪਾਂ ਸ਼ਹੀਦ ਨਾ ਬਣਾਈਏ ਤਾਂ ਚੰਗੀ ਗੱਲ ਹੈ। ਫਿਰ ਤਾਂ ਸ਼ਹੀਦੀ ਦਾ ਜਿਹੜਾ ਰੁਤਬਾ ਹੈ, ਜਿਹੜੀ ਸ਼ਹਾਦਤ ਦੀ ਪਵਿੱਤਰਤਾ ਹੈ, ਉਹਨੂੰ ਢਾਹ ਲੱਗਦੀ ਹੁੰਦੀ ਹੈ। ਦੇਖੋ ਸਰਸੇ ਵਾਲੇ ਨੇ ਕੀ ਕਰਿਆ ਸੀ, ਉਹਨੇ ਕੱਪੜੇ ਹੀ ਪਾਏ ਸੀ, ਕਦੇ ਕੱਪੜੇ ਪਾਉਣ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਕੋਈ ਬਣ ਨਹੀਂ ਸਕਦਾ, ਠੀਕ ਹੈ ਨਾ। ਬਿਲਕੁਲ ਹੀ ਬਣ ਸਕਦਾ। ਤੇ ਪਰ ਕੌਮ ਨੇ ਵਿਰੋਧ ਕੀਤਾ। ਇਹ ਕਈ ਐਸੀਆਂ ਗੱਲਾਂ ਨੇ ਜਿਹੜੀਆਂ ਆਪਣੀ ਨਿੱਜ ਪ੍ਰਸਤੀ ਛੱਡ ਕੇ, ਹੋਰ ਸਾਰਾ ਕੁਝ ਛੱਡ ਕੇ, ਆਪਣੇ ਜਿਹੜੇ ਫਲਸਫੇ ਨੇ, ਆਪਣੇ ਜਿਹੜੇ ਸਿਧਾਂਤ ਨੇ, ਉਹਨਾਂ ਮੁਤਾਬਕ ਗੱਲ ਕਰਨੀ ਪੈਂਦੀ ਹੁੰਦੀ ਹੈ। ਇਹ ਸ਼ਹੀਦੀ ਦੀ ਉਹਨੇ ਪਰਿਭਾਸ਼ਾ ਦੱਸੀ ਸੀ। ਜਿਹੜੇ ਉੱਥੇ ਆਪਣੇ ਬੰਦੇ ਕੁਰਬਾਨ ਹੋ ਗਏ, ਜਿਨ੍ਹਾਂ ਨੇ ਕੁਰਬਾਨੀ ਪੰਜਾਬ ਲਈ ਕਰੀ ਹੈ, ਉਹਨਾਂ ਨੂੰ ਪਹਿਲਾਂ ਵੀ ਅਸੀਂ ਨਮਸਤਕ ਦੀ ਹੁਣ ਵੀ ਹੈ, ਔਰ ਜਿੰਨਾ ਚਿਰ ਇਹ ਸੰਘਰਸ਼ ਚੱਲੂ ਉਹਨਾਂ ਨੂੰ ਸਮਰਪਿਤ ਵੀ ਹੈ, ਔਰ ਉਹਨਾਂ ਦੀ ਇਸ ਗੱਲੋਂ ਇੱਜ਼ਤ ਵੀ ਕਰਦੇ ਹਾਂ ਕਿ ਉਹਨਾਂ ਨੇ ਕੁਰਬਾਨੀ ਕੀਤੀ ਹੈ। ਲੋਕ ਕਹਿੰਦੇ ਆ ਕਿ ਜਦੋਂ ਦੀਪ ਸਿੱਧੂ ਅਜਿਹੀਆਂ ਗੱਲਾਂ ਕਰ ਦਿੰਦਾ, ਫਿਰ ਅਸੀਂ ਕਿਉਂ ਨਾ ਕਹੀਏ ਵੀ ਦੀਪ ਸਿੱਧੂ ਆਰਐਸਐਸ ਦਾ ਬੰਦਾ? ਦੇਖੋ, ਮੈਂ ਤਾਂ ਤੁਹਾਡੇ ਤੇ ਵੀ ਹੈਰਾਨ ਹੈ। 70 ਸਾਲ ਪ੍ਰਕਾਸ਼ ਸਿੰਘ ਬਾਦਲ ਆਰਐਸਐਸ ਨਾਲ, ਬੀਜੇਪੀ ਨਾਲ ਰਲਿਆ ਰਿਹਾ। ਕੈਪਟਨ ਅਮਰਿੰਦਰ ਸਿੰਘ ਉਸੇ ਆਰਐਸਐਸ ਬੀਜੇਪੀ ਦੀ ਦੇਣ ਸੀ, ਤੁਸੀਂ ਦੇਖ ਹੀ ਲਿਆ। 70 ਸਾਲ 'ਚ ਤੁਸੀਂ ਉਹਨਾਂ ਨੂੰ ਤਾਂ ਪਛਾਣ ਨਹੀਂ ਸਕੇ। ਹੁਣ 1 ਸਾਲ 'ਚ ਤੁਸੀਂ ਦੀਪ ਸਿੱਧੂ ਨੂੰ ਕਿਵੇਂ ਪਛਾਣ ਲਿਆ? ਪ੍ਰੈਸ ਵਾਲੇ ਵੀ ਨੇ, ਹੋਰ ਲੋਕ ਵੀ ਨੇ, ਵੀ ਇਹ ਆਰਐਸਐਸ ਦਾ ਜੀ, ਇਹ ਬੀਜੇਪੀ ਦਾ। ਸਵਾਲ ਤਾਂ ਤਲਵਾੜਾ ਸਾਹਿਬ ਐਂਡ ਤੱਕ ਖੜੇ ਰਹਿੰਦੇ ਨੇ, ਜਦੋਂ ਤੱਕ ਬੰਦਾ ਆਪਣੇ ਆਪ ਨੂੰ ਸਾਬਤ ਨਹੀਂ ਕਰ ਦਿੰਦਾ। ਜਦੋਂ ਬੰਦਾ ਸਾਰੀ ਉਮਰ ਆਪਣੀ ਜ਼ਿੰਦਗੀ 'ਚ ਸੰਘਰਸ਼ ਕਰਦਾ, ਜਦੋਂ ਉਹ ਸੰਸਾਰ ਛੱਡ ਕੇ ਚਲਾ ਜਾਂਦਾ, ਫਿਰ ਉਹਨੂੰ ਕਹਿੰਦੇ ਆ ਕਿ ਉਹ ਪੂਰਾ ਹੋ ਗਿਆ। ਸੋ ਆਪਣੇ ਆਪ ਨੂੰ ਤਾਂ ਜਿਤਾਣਾ ਬੰਦੇ ਨੂੰ ਪੈਂਦਾ। ਪੂਰੀ ਜ਼ਿੰਦਗੀ ਜਦੋਂ ਖਤਮ ਹੋ ਜਾਂਦੀ, ਉਦੋਂ ਹੀ ਕਿਹਾ ਜਾ ਸਕਦਾ ਕਿਸੇ ਦੇ ਜਾਣ ਪਿੱਛੋਂ ਕਿ ਕੋਈ ਬੰਦਾ ਪੂਰਾ ਸੀ। ਕੁਐਸਚਨ ਮਾਰਕ ਤਾਂ ਉਹਨਾਂ ਦੇ ਉੱਤੇ ਵੀ ਖੜੇ ਰਹਿੰਦੇ ਆ। ਜਿਹੜੇ ਸਵਾਲ ਸੋਸ਼ਲ ਮੀਡੀਆ ਦੇ ਉੱਤੇ ਦੀਪ ਸਿੱਧੂ ਤੇ ਚੁੱਕੇ ਜਾਂਦੇ ਆ, ਕਿਤੇ ਨਾ ਕਿਤੇ ਜਿਹੜੇ ਉਹਨਾਂ ਦੇ ਵਿਰੋਧੀ ਹੈਗੇ, ਤੁਸੀਂ ਤਾਂ ਉਹਨਾਂ ਦੇ ਵਿਰੋਧੀ ਹੋ। ਤੁਸੀਂ ਤਾਂ ਇਹ ਸਵਾਲ, ਜਿਹੜੇ ਤੁਹਾਡੀ ਸੋਚ ਦੇ ਬੰਦੇ ਹੈਗੇ ਨੇ, ਉਹ ਤਾਂ ਸਵਾਲ ਸੋਸ਼ਲ ਮੀਡੀਆ ਦੇ ਉੱਤੇ ਚੱਕਦੇ ਹੀ ਨੇ।
ਨੇ। ਸੋ ਸਵਾਲ ਚੱਕਣੇ ਤਾਂ ਹਰੇਕ ਦਾ ਇੱਕ ਹੱਕ ਹੈ। ਜੇ ਮੈਂ ਤੁਹਾਡੀ ਸੋਚ ਦਾ ਵਿਰੋਧੀ, ਮੈਂ ਤੁਹਾਡੇ ਵਿਰੋਧ 'ਚ ਚੱਕੀ ਜਾਣੇ, ਜੇ ਤੁਸੀਂ ਕਿਸੇ ਹੋਰ ਦੀ ਸੋਚ ਦੇ ਵਿਰੋਧੀ ਹੈ ਤੁਸੀਂ ਉਹਨਾਂ ਦੇ ਖਿਲਾਫ ਚੱਕੀ ਜਾਣੇ। ਸਵਾਲ ਤਾਂ ਇਹ ਹੁੰਦੇ ਹੀ ਰਹਿਣੇ। ਪਰ ਜਦੋਂ ਲੋਕ ਵਿਰੋਧ ਕਰ ਰਹੇ ਸੀ ਤਾਂ ਅਜਿਹੀ ਗੱਲ ਦੀਪ ਸਿੱਧੂ ਵੱਲੋਂ ਕਹਿ ਦਿੱਤੀ ਜਾਂਦੀ ਆ, ਫਿਰ ਲੋਕ ਆਪਣੇ ਆਪ ਹੀ ਸੱਚੇ ਹੋ ਜਾਂਦੇ। ਫਿਰ ਲੋਕ ਕਹਿੰਦੇ ਕਿ ਅਸੀਂ ਹੁਣ ਕਿਉਂ ਨਾ ਕਹੀਏ। ਤੁਸੀਂ ਇਹ ਕਾਰਨ ਦੱਸੋ ਕਿ ਲੋਕ ਕਿਉਂ ਨਾ ਕਹਿਣ। ਨਹੀਂ ਕਾਹਤੇ ਕਹਿਣ, ਲੋਕ ਤਾਂ ਸੰਤ ਜਰਨੈਲ ਸਿੰਘ ਨੂੰ ਕਹੀ ਜਾਂਦੇ ਨੇ ਅੱਜ ਤੱਕ। ਹੁਣ ਯਾਦ ਕਰਦੀ ਆ ਨਾ ਦੁਨੀਆ, ਹੁਣ ਕਹਿੰਦੇ ਨੇ ਸੰਤ ਆ ਰਹੇ ਨੇ, ਬਾਬਾ ਜੀ ਨੂੰ ਆਉਣਾ ਹੀ ਪਊਗਾ ਸੰਤਾਂ ਨੂੰ। ਜਿੰਨਾ ਚਿਰ ਸੰਤ ਸੰਘਰਸ਼ ਕਰਦੇ ਰਹੇ ਨੇ ਉਹਨਾਂ ਚਿਰ ਸੰਤਾਂ ਨੂੰ ਵੀ ਕਹੀ ਗਏ ਨੇ। ਇੰਦਰਾ ਗਾਂਧੀ ਦਾ ਫਿੱਟ ਕੀਤਾ ਹੋਇਆ, ਜਿਹੜਾ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰੂਗਾ, ਜਿਹੜਾ ਸੱਚ ਤੇ ਖੜੂਗਾ, ਜਿਹੜਾ ਇਸ ਸਟੇਟ ਨੂੰ ਚੈਲੰਜ ਕਰੂਗਾ, ਉਹਨੂੰ ਇਹ ਉਹਦੇ ਤੇ ਟੈਗ ਲਾਉਣੇ ਹੀ ਲਾਉਂਦੇ ਹੁੰਦੇ ਨੇ, ਉਹਦੇ ਤੇ ਹਰੇਕ ਤੇ ਲੱਗਣੇ ਨੇ। ਠੀਕ ਹੈ, ਇਹ ਆਪਣੇ ਗੁਰੂ ਸਾਹਿਬਾਨ ਤੇ ਕਿਤੇ ਇਹਨਾਂ ਨੇ ਲਾਏ ਨਹੀਂ। ਸੰਤ ਜਰਨੈਲ ਸਿੰਘ ਨੂੰ ਕਹੀ ਗਏ ਨੇ ਵੀ ਇੰਦਰਾ ਗਾਂਧੀ ਨੇ ਫਿੱਟ ਕੀਤਾ ਹੋਇਆ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ, ਉਹਨੇ ਪਲਾਂਟ ਕੀਤਾ ਹੋਇਆ। ਜਦ ਕਿ ਅਕਾਲੀ ਦਲ ਦੇ ਜਿਹੜੇ ਬੰਦੇ ਸੀ, ਹਰਚੰਦ ਸਿੰਘ ਲੌਂਗੋਵਾਲ ਹੁਣੀ ਜਾਂ ਪ੍ਰਕਾਸ਼ ਸਿੰਘ ਬਾਦਲ ਹੁਣੀ ਜਾਂ ਹੋਰ ਜਿਹੜੇ ਨੁਮਾਇੰਦੇ ਸੀ, ਸਰਜੀਤ ਸਿੰਘ ਬਰਨਾਲੇ ਹੁਣੀ, ਇਹ ਪਲਾਂਟਡ ਸੀ। ਇਹਨਾਂ ਨੂੰ ਇਹ ਕਾਰਨ ਪਤਾ ਕੀ ਹੈ, ਦੀਪ ਸਿੱਧੂ ਕੋਲ ਅੱਜ ਪਾਵਰ ਨਹੀਂ ਹੈਗੀ। ਮੈਂ ਪ੍ਰੈਸ ਨੂੰ ਵੀ ਦੱਸਦਾ ਤੇ ਆਮ ਪਬਲਿਕ ਨੂੰ ਵੀ ਇਹ ਗੱਲ ਸਪਸ਼ਟ ਕਰਦਾ, ਕਿਉਂਕਿ ਮੈਂ ਵਿੱਚ ਵਿਚਾਲੇ ਜਿਹੜੇ ਬੰਦੇ ਕੋਲ ਪਾਵਰ ਹੈ ਪੰਜਾਬ ਦੀ, ਉਹਨੂੰ ਸਵਾਲ ਕੋਈ ਕਰ ਨਹੀਂ ਸਕਦਾ। ਸੁਖਬੀਰ ਸਿੰਘ ਬਾਦਲ ਨੂੰ ਕੋਈ ਸਵਾਲ ਕਰਕੇ ਦਿਖਾਵੇ। ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰੈਸ ਨੇ ਕਿੰਨੇ ਕੁ ਸਵਾਲ ਕਰੇ ਨੇ? 4 ਦਿਨ ਹੋਏ ਨੇ ਉਹਨੂੰ ਗੱਦੀ ਤੋਂ ਉਤਰੇ ਨੂੰ, ਬੈਠਾ ਅਮਿਤ ਸ਼ਾਹ ਦੀ ਗੋਦੀ 'ਚ। ਕਰਕੇ ਦਿਖਾ ਦਿਓ ਕੋਈ, ਜੇ ਕਰ ਜਾਵੇ ਪ੍ਰੈਸ ਵਾਲਾ ਮੈਂ ਮੰਨ ਜੂ, ਸਨਮਾਨ ਕਰੂੰ। ਪਾਵਰ 'ਚ ਹੋਵੇ ਪ੍ਰਕਾਸ਼ ਸੁਖਬੀਰ ਬਾਦਲ, ਪ੍ਰੈਸ ਕਰਕੇ ਤਾਂ ਦਿਖਾਵੇ ਉਹਨੂੰ ਕੋਈ ਸੱਚਾ ਸਵਾਲ ਵੀ ਤੈਂ ਔਰਬਿਟ ਰਿਜ਼ੋਰਟ ਕਿੱਥੋਂ ਬਣਾ ਲੇ, 15-15 ਹਜ਼ਾਰ ਕਰੋੜ ਦੇ ਹੋਟਲ ਕਿੱਥੋਂ ਬਣਾ ਲੇ, ਅਰਬਾਂ ਖਰਬਾਂ ਦੀ ਜਾਇਦਾਦ ਕਿੱਥੋਂ ਬਣਾ ਲਈ। ਉਹ ਤਾਂ ਇਹ ਸਾਡੇ ਵਰਗਿਆਂ ਤੇ ਹੀ ਕਰਨੇ ਹੁੰਦੇ ਨੇ। ਸਾਡੇ ਵਰਗਾ ਤਾਂ ਸਕੂਟਰ ਨਵਾਂ ਲਿਆਵੇ ਉਹਦੀ ਬੱਸ ਕਰਾ ਦਿੰਦੀ ਹੈ ਪ੍ਰੈਸ ਵੀ, ਤੇ ਆਮ ਲੋਕ ਵੀ। ਕਿੱਥੋਂ ਲਿਆਂਦਾ, ਕਿੱਥੋਂ ਆ ਗਿਆ? ਉਹ ਜਹਾਜ਼ ਨਹੀਂ ਫਿਰਦੇ ਨੇ, ਐਡੇ ਐਡੇ ਹੋਟਲ ਬਣਾ ਲੇ। 4 ਬੱਸਾਂ ਤੀਆਂ ਬਾਦਲ ਪਰਿਵਾਰ ਕੋ, 600 ਤੋਂ ਉੱਤੇ ਬੱਸ ਹੈ। ਪੁੱਛ ਕੇ ਦਿਖਾਓ, ਕੋਈ ਕਰਕੇ ਦਿਖਾਓ ਸੁਖਬੀਰ ਨੂੰ ਸਵਾਲ। ਕੈਪਟਨ ਅਮਰਿੰਦਰ ਸਿੰਘ ਨੇ ਉਹ ਕਿੱਡਾ ਬੜਾ ਮਹਿਲ ਛੱਤ ਲਿਆ, ਉਧਰ ਕਿੱਡਾ ਬੜਾ ਮਹਿਲ ਹੈ, ਕਰੋ ਸਵਾਲ। ਕਿਸੇ ਨੇ ਨਹੀਂ ਕਰਨੇ। ਜਦੋਂ ਸਾਹਮਣੇ ਬਹਿ ਜਾਂਦੇ ਨੇ ਆ ਕੇ ਰਜਵਾੜੇ, ਉਹਨਾਂ ਦੇ ਸਾਹਮਣੇ ਸਵਾਲ ਹੋਰ ਨੇ। ਇਹ ਸਾਡੇ ਗਰੀਬਾਂ ਵਾਸਤੇ ਹੀ ਨੇ। ਜੇ ਉਹ ਆਪਣਾ ਸਾਰਾ ਘਰ ਪਰਿਵਾਰ ਛੱਡ ਕੇ ਆ ਗਿਆ, ਉਹਦੇ ਕੋਲ ਘਰ ਵੀ ਨਹੀਂ ਰਹਿਣ ਨੂੰ, ਔਰ ਉਹਨੂੰ ਕਿਰਾਏ ਤੇ ਘਰ ਕੋਈ ਦੇ ਵੀ ਨਹੀਂ ਰਿਹਾ, ਸਟੇਟ ਇੰਨਾ ਦਬਾਅ ਪਾ ਰਹੀ ਹੈ। ਇਹ ਸਵਾਲ ਨਹੀਂ ਕੋਈ ਕਰਦਾ ਉਹਨਾਂ ਨੂੰ ਵੀ, ਭਾਈ ਉਹ ਤਾਂ ਘਰ-ਬਾਰ ਵੀ ਛੱਡਿਆ ਆ, ਆਪਣਾ ਪਰਿਵਾਰ ਵੀ ਛੱਡਿਆ ਆ, ਪੰਜਾਬ ਲਈ ਲੜ ਰਿਹਾ। ਫਿਰ ਦੇਖੋ ਸੰਤ ਜਰਨੈਲ ਸਿੰਘ ਵਾਲੀ ਜਿਹੜੀ ਗੱਲ ਸੀ, ਅਰਬਾਂ ਖਰਬਾਂ ਡਾਲਰ ਲਾ ਕੇ 84 ਤੋਂ ਬਾਅਦ ਉਹਨੂੰ ਮਟਾਉਣ ਦੀ ਕੋਸ਼ਿਸ਼ ਕੀਤੀ ਆ ਦਿੱਲੀ ਸਟੇਟ ਨੇ। ਦਿੱਲੀ ਸਟੇਟ ਨੇ ਸੰਤ ਜਰਨੈਲ ਸਿੰਘ ਦੀ ਗੱਲ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਆ, ਅਰਬਾਂ ਖਰਬਾਂ ਰੁਪਈਆ ਲਾ ਕੇ, ਵੀ ਸੰਤ ਜਰਨੈਲ ਸਿੰਘ ਵਾਲੀ ਕੋਈ ਗੱਲ ਨਾ ਕਰੇ। ਦੀਪ ਸਿੱਧੂ ਆ ਕੇ ਸੰਤ ਜਰਨੈਲ ਸਿੰਘ ਦੀ ਗੱਲ ਕਰਦਾ, ਕੌਮ ਦੇ ਸ਼ਹੀਦਾਂ ਦੀ ਗੱਲ ਕਰਦਾ, ਮੌਜੂਦਾ ਸਮੇਂ ਵਾਲਿਆਂ ਦੀ, ਜਿਹੜਾ ਉਸੇ ਪੁਰਾਣੇ 84 ਵਾਲੀ ਗੱਲ ਨੂੰ ਲਿਆ ਕੇ ਲੋਕਾਂ ਦੇ ਵਿੱਚ ਲੈ ਕੇ ਜਾਂਦਾ। ਉਹ ਬੰਦਾ ਕਿਵੇਂ ਪਲਾਂਟਡ ਹੋ ਗਿਆ? ਉਹ ਬੰਦਾ ਪਲਾਂਟਡ ਹੋ ਜੂ ਜਿਹੜਾ ਸੰਤ ਜਰਨੈਲ ਸਿੰਘ ਦੀ ਗੱਲ ਕਰੂ। ਜੇ ਤਾਂ ਉਹ ਆ ਕੇ ਮੋਹਨ ਭਾਗਵਤ ਦੀ ਗੱਲ ਕਰੇ ਫਿਰ ਤਾਂ ਉਹ ਪਲਾਂਟਡ ਹੋ ਸਕਦਾ। ਉਹ ਤਾਂ ਆ ਕੇ ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਕਰਦਾ, ਉਹਨੇ ਆ ਕੇ ਪੰਜਾਬ ਬਾਰੇ ਅਨੰਦਪੁਰ ਸਾਹਿਬ ਦਾ ਮਤਾ ਕੀਤੀ ਹੈ ਨਾ, ਜੋ ਉਹਨਾਂ ਨੂੰ ਪਤਾ ਸੰਤ ਜਰਨੈਲ ਸਿੰਘ ਦੀ ਕੀ ਸ਼ਹਾਦਤ ਦੀ, ਕੀ ਉਹਨਾਂ ਦੀ ਪੰਜਾਬ ਨੂੰ ਦੇਣ ਸੀ, ਪਤਾ ਸੀ ਕਿਸੇ ਨੂੰ? ਅੱਜ ਟੀ-ਸ਼ਰਟਾਂ ਪਾਈ ਫਿਰਦੇ ਨੇ। ਇਹ ਦੀਪ ਸਿੱਧੂ ਨੇ ਜਾਗਰਤੀ ਲਿਆਂਦੀ ਹੈ। ਤਾਂ ਫਿਰ ਹੁਣ ਉਹੀ ਪਲਾਂਟਡ ਹੈ। ਜਿਹੜੀ ਸਟੇਟ ਹੁੰਦੀ ਹੈ, ਜਿਹੜੀਆਂ ਪੋਲੀਟੀਕਲ ਪਾਰਟੀਆਂ ਹੁੰਦੀਆਂ ਨੇ, ਜਿਹੜਾ ਵੀ ਸੱਚਾ ਬੰਦਾ, ਜਿਹੜਾ ਸੱਚ ਬੋਲੂਗਾ, ਉਹਨਾਂ ਨੂੰ ਇਹਨਾਂ ਨੇ ਟਾਰਗੇਟ ਕਰਨਾ ਹੀ ਕਰਨਾ ਹੁੰਦਾ। ਜਿਹੜੇ ਆ ਸਵਾਲ ਪੁੱਛਣ ਵਾਲੇ ਨੇ ਨਾ, ਇਹ ਬਹੁਤੇ ਇਹਨਾਂ ਦੇ ਹੀ ਬੰਦੇ ਹੁੰਦੇ ਨੇ। ਤੇ ਅਸੀਂ ਜਵਾਬ ਦੇ ਆਪਣੇ ਗੁਰੂ ਨੂੰ ਹੈ, ਇਹਨਾਂ ਨੂੰ ਅਸੀਂ ਬਿਲਕੁਲ ਜਵਾਬ ਦੇ ਨਹੀਂ। ਕਦੇ ਕੋਈ ਕੁਛ ਪੁੱਛਦਾ, ਕਦੇ ਕੋਈ ਕੁਛ ਪੁੱਛਦਾ। ਇਹ ਹੁੰਦੇ ਕੌਣ ਨੇ? ਠੀਕ ਹੈ, ਮੇਰੀ ਤੁਹਾਨੂੰ ਵੀ ਹੱਥ ਬੰਨ ਕੇ ਬੇਨਤੀ ਹੈ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਘਰ ਵੀ ਜਾਇਓ, ਉਹਨੂੰ ਵੀ ਪੁੱਛਿਓ ਵੀ ਤੂੰ ਆਰਐਸਐਸ ਦਾ ਤੂੰ ਪਲਾਨ ਕੀਤਾ ਹੋਇਆ। ਜਿਸ ਦਿਨ ਤੁਹਾਡੇ ਵਾਂਗ ਮੇਰੇ ਸਾਹਮਣੇ ਕੈਪਟਨ ਅਮਰਿੰਦਰ ਸਿੰਘ ਹੋਇਆ, ਮੈਂ ਸਵਾਲ ਕਰਨ ਦੀ ਜ਼ਰੂਰਤ ਰੱਖਦਾ, ਮੈਂ ਜ਼ਰੂਰ ਕਰੂੰਗਾ ਸਵਾਲ। ਨਾ ਜੇ ਤੁਸੀਂ ਉਰੇ ਸਾਡੇ ਕੋਲ ਆ ਸਕਦੇ ਹੋ, ਆ ਉਹਦਾ ਘਰ ਹੈ 4 ਕਿਲੋਮੀਟਰ ਤੇ। ਤੁਹਾਡੇ ਬੁਲਾਏ ਆਏ ਆ, ਉਹ ਬੁਲਾਉਂਦੇ ਨੇ। ਬਸ ਫਿਰ ਉਹੀ ਗੱਲ ਹੈ ਨਾ, ਉਹਦੇ ਕੋਲ ਉੱਤੇ ਜਾਣਾ ਹੀ ਬੜਾ ਔਖਾ ਹੈ। ਜਲੂਸ ਕੱਢ ਦਿੰਦੇ ਨੇ ਬੰਦੇ ਦਾ। ਤੁਸੀਂ ਕਹਿੰਦੇ ਹੋ ਅਸੀਂ ਗੁਰੂ ਦੇ ਸਿੱਖ ਹਾਂ। ਗੁਰੂ ਸਾਹਿਬ ਨੇ ਤਾਂ ਕਿਹਾ ਵੀ ਸਿੱਖ ਨੂੰ ਨੀਤੀ ਵੀ ਆਉਣੀ ਚਾਹੀਦੀ ਆ, ਰਾਜਨੀਤੀ ਦੀ ਸਮਝ ਆਉਣੀ ਚਾਹੀਦੀ ਆ। ਜਿਹੜੀ ਗੱਲ ਅਸੀਂ ਕਹਿੰਦੇ ਆ ਕਿ ਜੇ ਝੂਠ ਬੋਲਿਆ ਨੁਕਸਾਨ ਹੁੰਦਾ ਜਾਂ ਸੱਚ ਬੋਲਿਆ ਨੁਕਸਾਨ ਹੁੰਦਾ, ਵੀ ਸੱਚ ਵੀ ਨਾ ਬੋਲਣਾ ਚਾਹੀਦਾ। ਨੀਤੀ ਸਿੱਖ ਨੂੰ ਇੱਕ ਸਮਝਣੀ ਚਾਹੀਦੀ। ਜਿਹੜੇ ਸ਼ਬਦ ਸਾਡੇ ਕਿਤੇ ਬੋਲਿਆ ਪੌੜਾ ਪਾ ਸਕਦੇ ਆ, ਫਿਰ ਜੇ ਅਸੀਂ ਗੁਰੂ ਦੇ ਸਿੱਖ ਹੋ ਕੇ ਸਾਨੂੰ ਨੀਤੀ ਨਾ ਸਮਝ ਆਈ, ਫਿਰ ਸਾਡੇ ਸਿੱਖ ਹੋਣ ਦਾ ਕੀ ਫਾਇਦਾ? ਅਸੀਂ ਯਾਰ ਝੂਠ ਦੀ ਰਾਜਨੀਤੀ ਤਾਂ ਨਹੀਂ ਕਰਨੀ, ਫਾਇਦਾ ਹੋਵੇ ਨੁਕਸਾਨ ਹੋਵੇ। ਅਸੀਂ ਤਖਤ ਸਾਹਿਬ ਤੇ ਖੜ ਕੇ ਝੂਠ ਕਿਵੇਂ ਬੋਲਾਂਗੇ? ਅਸੀਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਚੋਂ ਤਾਂ ਹੈ ਨਹੀਂ ਵੀ ਤਖਤ ਸਾਹਿਬ ਤੇ ਖੜ ਕੇ ਝੂਠ ਬੋਲਾਂਗੇ। ਅਸੀਂ ਕਿਸੇ ਦਾ ਕੁਝ ਦੇਣਾ? ਅਸੀਂ ਤਾਂ ਜੋ ਸੱਚ ਹੈ, ਜੋ ਸਾਡੇ ਗੁਰੂਆਂ ਦਾ ਸਿਧਾਂਤ ਹੈ, ਉਹਦੇ ਤੇ ਹੀ ਚੱਲਣਾ। ਵਾਧੇ ਘਾਟੇ ਨਹੀਂ ਇਹਦੇ 'ਚ ਦੇਖੇ ਜਾਂਦੇ ਹੁੰਦੇ, ਗਿਣਤੀਆਂ ਮਿਣਤੀਆਂ ਨਹੀਂ ਇਹਦੇ 'ਚ ਹੁੰਦੀਆਂ। ਜੋ ਗੁਰੂ ਸਾਹਿਬਾਨ ਸਾਡੇ ਕਹਿ ਕੇ ਗਏ ਨੇ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਰਸਤਾ ਦਿਖਾ ਰਹੇ ਨੇ, ਅਸੀਂ ਤਾਂ ਉਹਦੇ ਤੇ ਚੱਲਣਾ। ਘਾਟੇ ਵਾਧੇ ਚੰਦ ਛੱਲੜ ਵੋਟਾਂ ਵਾਸਤੇ ਯਾਰ
ਇੱਕ ਵੋਟਾਂ ਹੀ ਗੱਲ ਹੈ, ਵੱਧੋ ਵੱਧ ਅਖੀਰ ਨੂੰ ਆ ਕੇ ਇਹੀ ਆ ਜਾਂਦੀ ਹੈ ਵੀ ਜੇ ਤੁਸੀਂ ਸੱਚ ਬੋਲੋਗੇ ਵੋਟ ਨਹੀਂ ਪੂਣਾ ਪਵੇ। ਨਹੀਂ, ਕਿਸੇ ਦੀ ਭਾਵਨਾਵਾਂ ਤਾਂ ਆਹਤ ਨਾ ਹੋਣ। ਜਿਹੜੇ ਲੋਕ ਕਿਸੇ ਵਿਚਾਰਧਾਰਾ ਨਾਲ ਸੰਬੰਧ ਰੱਖਦੇ, ਜੇ ਸਾਡੇ ਕੁਝ ਕਹਿਣਾ ਉਹਨਾਂ ਦੀ ਭਾਵਨਾਵਾਂ ਆਹਤ ਹੁੰਦੀਆਂ ਹੈ, ਜਾਂ ਕੁਝ ਭੋਲੇ ਲੋਕ ਵੀ ਫਿਰ ਉਹਨਾਂ ਪਿੱਛੇ ਲੱਗ ਜਾਣਗੇ। ਫਿਰ ਜਿਹੜੇ ਪਰਪਸ ਲਈ ਤੁਸੀਂ ਤੁਰੇ ਹੋਏ ਹੋ, ਅਕਸਰ ਤੁਸੀਂ ਪੰਜਾਬ ਦਾ ਭਲਾ ਸੋਚਦੇ ਹੋ, ਅੱਜ ਵਾਰਸ ਪੰਜਾਬ ਦਾ ਤੁਸੀਂ ਜਥੇਬੰਦੀ ਬਣਾਈ ਹੈ, ਇਹਨੂੰ ਲੈ ਕੇ ਤਾਂ ਜਾਣਾ ਨਾ ਕਿਤੇ। ਜੇ ਲੋਕ ਹੀ ਤੁਹਾਡੇ ਵਿਰੁੱਧ ਹੋ ਗਏ, ਇੱਕ ਗੱਲ ਨੂੰ ਲੈ ਕੇ ਸਮੀਕਰਨ ਹੀ ਚੇਂਜ ਹੋ ਗਏ, ਫਿਰ ਤੁਸੀਂ ਵਾਰਸ ਪੰਜਾਬ ਦੀ ਜਥੇਬੰਦੀ ਬਣਾ ਕੇ ਕੀ ਕਰੋਗੇ? ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਹੈਗਾ। 99 ਚ ਕੀ ਹੋਇਆ ਸੀ? ਕਰਨਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਹੈ, ਸਾਨੂੰ ਉਹਦੇ ਤੇ ਭਰੋਸਾ ਹੈ। ਠੀਕ ਹੈ, ਜੇ ਅਸੀਂ ਸਹੀ ਰਸਤੇ ਤੇ ਤੁਰਾਂਗੇ, ਸੱਚ ਦੇ ਰਸਤੇ ਤੇ ਤੁਰਾਂਗੇ ਤਾਂ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰ ਦੇਣੀ ਹੁੰਦੀ ਹੈ। ਠੀਕ ਹੈ, ਰਹੀ ਗੱਲ ਝੂਠ ਦੀ, ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਚੱਕ ਕੇ ਝੂਠ ਬੋਲਿਆ ਸੀ ਨਾ। ਆਪਾਂ ਨੂੰ ਤਾਂ ਪਤਾ ਨਹੀਂ, ਤੁਸੀਂ ਵੀ ਕਹਿਤਾ ਉੱਥੇ ਕੋਈ ਜਾ ਨਹੀਂ ਸਕਦਾ, ਮੈਂ ਵੀ ਕਹਿਣਾ ਰੋਜ਼ ਪਿੱਟਦਾ ਚੈਨਲਾਂ ਮੂਹਰੇ ਖੜ ਕੇ, ਮੇਰੀ ਜਲਾਲਤ ਹੋ ਗਈ, ਮੈਨੂੰ ਬੇਇੱਜ਼ਤ ਕਰਤਾ, ਮੇਰੇ ਛੱਡਿਆ ਪੱਲੇ ਕੱਖ ਨਹੀਂ, ਆਪੇ ਕਹਿੰਦਾ ਨਾ। ਇਹ ਗੁਰੂ ਸਾਹਿਬਾਨ ਦੀ ਉਹ ਹੁੰਦੀ ਹੈ, ਜੇ ਗੁਰੂ ਸਾਹਿਬਾਨ ਨੇ ਸਾਨੂੰ ਇੱਜ਼ਤ ਦੇਣੀ ਉਹਨੇ ਹੀ ਬਖਸ਼ਣੀ ਹੈ। ਠੀਕ ਹੈ, ਸੰਗਤ ਵੀ ਗੁਰੂ ਦਾ ਹੀ ਰੂਪ ਹੁੰਦੀ ਹੈ। ਠੀਕ ਹੈ, ਤੇ ਬਾਦਲਾਂ ਦਾ ਕੀ ਹਾਲ ਹੈ? ਸੁਖਬੀਰ ਬਾਦਲ ਕਹਿੰਦਾ ਸੀ 25 ਸਾਲ ਰਾਜ ਕਰੂੰ। ਪਹਿਲਾਂ ਜਦ ਕਾਨੂੰਨ ਬਣੇ ਨੇ, ਪਹਿਲਾਂ ਆਪ ਉਹਦੇ ਫਾਇਦੇ ਦੱਸਦਾ ਸੀ, ਫਿਰ ਬੀਬਾ ਬਾਦਲ ਦੱਸਦੀ ਸੀ। ਜਦ ਇਹਨਾਂ ਦੀ ਗੱਲ ਨਾ ਸੁਣੀ, ਫਿਰ ਉਹ ਬੁੜੇ ਨੂੰ ਲਿਆਏ, ਉਹ ਬੈਠਾ ਬਿੱਲ ਦੇ ਦੱਸਦਾ ਸੀ ਵੀ ਕਿੰਨੇ ਫਾਇਦੇ ਨੇ, ਕਿੰਨਾ ਵਧੀਆ ਕੰਮ ਮੋਦੀ ਨੇ ਕਰਤਾ। ਹੁਣ ਕੀ ਸੱਪ ਸੁੰਘ ਗਿਆ? ਹੁਣ ਮੋਦੀ ਦੇ ਮਗਰ ਪਏ ਨੇ। ਠੀਕ ਆ, ਕਹਿੰਦੇ ਬਹੁਤੇ ਗਲਤ ਕਰਤਾ, ਉਹ ਕਰਤਾ, ਅਸੀਂ ਬਿੱਲ ਰੱਦ ਕਰਾਵਾਂਗੇ। ਅਸੀਂ ਇਹ ਝੂਠ ਦੀ ਰਾਜਨੀਤੀ ਭਰਾਵਾ, ਨਾ ਸਾਨੂੰ ਗੋਲ ਗੱਲਾਂ ਆਉਂਦੀਆਂ ਨੇ, ਨਾ ਇਹ ਝੂਠ ਦੀ ਰਾਜਨੀਤੀ ਅਸੀਂ ਕਰਨੀ ਹੈ, ਤੇ ਨਾ ਸਾਨੂੰ ਇਹ ਆਉਂਦੀ ਹੈ। ਬਾਕੀ ਤਾਂ ਗੁਰੂ ਸਾਹਿਬ ਤੇ ਭਰੋਸਾ ਹੈ, ਤੇ ਕਰਨਾ ਤਾਂ ਉਹਨੇ ਹੀ ਹੈ। ਵਿਜ਼ਨ ਕੀ ਲੈ ਕੇ ਚੱਲੇ ਹੋ ਜਥੇਬੰਦੀ ਨੂੰ ਲੈ ਕੇ, ਕਿ ਕੀ ਇਸ ਜਥੇਬੰਦੀ ਦੇ ਨਤੀਜੇ ਕੀ ਨਿਕਲਣਗੇ? ਕਿੰਨਾ ਲੰਮਾ ਸੋਚ ਕੇ ਚੱਲੇ ਹੋ? ਜਥੇਬੰਦੀਆਂ ਜਦੋਂ ਆਗਾਜ਼ ਹੁੰਦਾ ਤਾਂ ਪਤਾ ਨਹੀਂ ਹੁੰਦਾ ਕਿੱਥੇ ਤੱਕ ਚੱਲਣਗੀਆਂ। ਜਥੇਬੰਦੀਆਂ ਅੱਜ ਤੁਰੀਆਂ ਤੇ ਕੱਲ੍ਹ ਖਤਮ ਵੀ ਹੋ ਸਕਦੀਆਂ, ਪਰ ਇੱਕ ਸੋਚ ਲੰਬੀ ਬੰਦਾ ਹਮੇਸ਼ਾ ਲੈ ਕੇ ਚੱਲਦਾ ਹੈ। ਸੋਚ ਕੀ ਲੈ ਕੇ ਚੱਲੇ ਹੋ? ਸੋਚ ਪੰਜਾਬ ਦੇ ਹੱਕਾਂ ਦੀ, ਪੰਜਾਬ ਦੇ ਜਿੰਨੇ ਮਸਲੇ ਨੇ ਸਾਰੇ ਮਸਲਿਆਂ ਲਈ ਜਥੇਬੰਦੀ ਸੰਘਰਸ਼ ਕਰੂਗੀ। ਸੇਧ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਲੈ ਕੇ ਚੱਲਾਂਗੇ, ਆਪਣੇ ਗੁਰੂ ਸਾਹਿਬਾਨ ਤੋਂ ਆਸ਼ੀਰਵਾਦ ਲੈ ਕੇ ਚੱਲਾਂਗੇ, ਉਹਨਾਂ ਨੂੰ ਸਮਰਪਿਤ ਹੋ ਕੇ ਜਿੰਨੇ ਵੀ ਮਸਲੇ ਨੇ ਸਾਰਿਆਂ ਤੇ ਸੰਘਰਸ਼ ਕਰਾਂਗੇ। ਅਸੀਂ ਇਹ ਸੋਚ ਲੈ ਕੇ ਨਹੀਂ ਚੱਲੇ ਵੀ ਅਸੀਂ MLA ਬਣਨਾ, ਅਸੀਂ ਮਿਨਿਸਟਰ ਬਣਨਾ, ਜਾਂ ਦੀਪ ਸਿੱਧੂ ਨੇ ਚੀਫ ਮਿਨਿਸਟਰ ਬਣਨਾ। ਇਹ ਲੈ ਕੇ ਨਹੀਂ ਚੱਲੇ। ਬਗੈਰ ਕਿਸੇ ਗੱਲ ਲਾਲਚ ਤੋਂ, ਬਗੈਰ ਲੋਭ ਤੋਂ, ਬਗੈਰ ਕਿਸੇ ਹੋਰ ਗੱਲ ਤੋਂ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰਨ ਲਈ ਯੋਧੇ ਜਿੰਨੇ ਪੰਜਾਬ ਦੇ ਨੌਜਵਾਨ ਨੇ ਉਹਨਾਂ ਨੂੰ ਆਵਾਜ਼ ਦਿੱਤੀ ਹੈ। ਕਿਸੇ ਆ ਪੁੱਛ ਲਓ, ਕਿਸੇ ਨੂੰ ਕੋਈ ਪੈਸਾ ਦਿੱਤਾ ਹੋਵੇ ਜਾਂ ਕੋਈ ਉਹ ਕਰੇ, ਆਪਣੇ ਆਪ ਮੁਹਾਰੇ ਆਏ ਨੇ ਇਹ ਸਾਰੇ। ਔਰ ਜਦ ਐਡਾ ਵੱਡਾ ਇਕੱਠ ਜੁਰੇ ਪ੍ਰੈਸ ਕਾਨਫਰੰਸ ਵਾਸਤੇ ਹੋ ਗਿਆ ਤਾਂ ਫਿਰ ਲੋਕ ਸੱਚ ਦਾ ਸਾਥ ਦੇਣਗੇ। ਤੇ ਫਿਰ ਬਾਕੀ ਤੁਸੀਂ ਹੋਰ ਦੇਖੋ, ਜਿਹੜਾ ਸੱਚ ਹੁੰਦਾ, ਸੱਚ ਨੇ ਰੰਗ ਦਿਖਾਉਣਾ ਹੀ ਹੁੰਦਾ। ਸੋਸ਼ਲ ਮੀਡੀਆ ਤੇ ਦੇਖੋ, ਇੰਨੀ ਉਹ ਗੱਲ ਕਹੀ ਆ ਵੀ ਜਥੇਬੰਦੀ ਬਣਾਵਾਂਗੇ, ਕੀ ਚੱਲ ਰਿਹਾ? ਬੜੇ ਬੜਿਆਂ ਨੂੰ ਤੌਣੀਆਂ ਆਈਆਂ ਪਈਆਂ ਨੇ ਵੀ ਪਤਾ ਨਹੀਂ ਨੌਜਵਾਨਾਂ ਨੇ, ਔਰ ਨੌਜਵਾਨਾਂ ਨੇ ਦੇਸ਼ ਦਾ ਭਵਿੱਖ ਬਣਾਉਣਾ ਹੁੰਦਾ, ਨੌਜਵਾਨਾਂ ਨੇ ਹੀ ਸਰਕਾਰਾਂ ਬਣਾਉਣੀਆਂ ਹੁੰਦੀਆਂ ਨੇ, ਨੌਜਵਾਨਾਂ ਨੇ ਹੀ ਸੰਘਰਸ਼ ਕਰਨੇ ਹੁੰਦੇ ਨੇ। ਉਹ ਨੌਜਵਾਨ ਅੱਜ ਸਾਡੇ ਨਾਲ ਹੈ। ਨੌਜਵਾਨ ਪੰਜਾਬ ਵਿੱਚ ਹੋਰ ਵੀ ਕੰਮ ਕਰ ਰਹੇ, ਜਿੱਥੇ ਦੀਪ ਸਿੱਧੂ ਕੰਮ ਕਰ ਰਿਹਾ, ਲੱਖਾ ਸਿਧਾਣਾ ਵੀ ਕੰਮ ਕਰ ਰਿਹਾ। ਪਿਛਲੇ ਦਿਨਾਂ ਵਿੱਚ ਤੁਸੀਂ ਇੱਕ ਮੀਟਿੰਗ ਕਰਕੇ ਇਕੱਠੇ ਹੋਣ ਦੀ ਕੋਸ਼ਿਸ਼ ਵੀ ਕੀਤੀ ਸੀ ਇੱਕ ਵਾਰੀ, ਫਿਰ ਉਸ ਤੋਂ ਬਾਅਦ ਮੇਰੀ ਲੱਖੇ ਸਿਧਾਣੇ ਨਾਲ ਗੱਲਬਾਤ ਜਦੋਂ ਇੰਟਰਵਿਊ ਦੌਰਾਨ ਹੁੰਦੀ ਹੈ ਤਾਂ ਮੈਂ ਸਵਾਲ ਉਹਨਾਂ ਨੂੰ ਕੀਤਾ ਸੀ। ਉਹ ਕਹਿੰਦੇ ਕਿ ਸਾਡੇ ਦਿਲਾਂ ਦੇ ਦਰਵਾਜ਼ੇ ਅਜੇ ਵੀ ਖੁੱਲ੍ਹੇ ਆ। ਤੁਸੀਂ ਅੱਜ ਜਥੇਬੰਦੀ ਬਣਾਈ ਆ, ਜਥੇਬੰਦੀ ਸਾਰਿਆਂ ਨੂੰ ਕਲਾਵੇ ਵਿੱਚ ਰਹਿਣ ਦੀ ਜਿਹੜੀ ਹੈਗੀ ਆ ਇੱਕ ਰੱਖਦੀ ਮਨਸ਼ਾ। ਬਿਲਕੁਲ ਬਿਲਕੁਲ, ਸਾਰੇ ਪੰਜਾਬ ਲਈ ਦਰਵਾਜ਼ੇ ਖੁੱਲ੍ਹੇ ਨੇ, ਸੱਚੇ ਪੁੱਕਿਆਂ ਲਈ, ਇਮਾਨਦਾਰ ਲੋਕਾਂ ਲਈ, ਜਿਹੜੇ ਪੰਜਾਬ ਲਈ ਸੰਘਰਸ਼ ਕਰਨਗੇ। ਉਹ ਕੋਈ ਵੀ ਹੋਵੇ, ਉਹਨੂੰ ਕਲਾਵੇ 'ਚ ਲਵਾਂਗੇ, ਉਹਨੂੰ ਨਾਲ ਲੈ ਕੇ ਚੱਲਾਂਗੇ। ਤੁਹਾਡੇ ਵੱਲੋਂ ਵੀ ਯਤਨ ਹੋਣਗੇ ਇਕੱਠ ਕਰਨ ਦੇ? ਬਿਲਕੁਲ ਜੀ, ਅਸੀਂ ਤਾਂ ਪਹਿਲਾਂ ਵੀ ਕੀਤਾ, ਅਸੀਂ ਤਾਂ ਅੱਜ ਵੀ ਕੋਈ ਸ਼ਰਤ ਨਹੀਂ ਰੱਖਦੇ। ਅਸੀਂ ਤਾਂ ਜਥੇਬੰਦੀ ਦਾ ਸਿਰਫ ਇੱਕ ਅਨਾਉਂਸ ਕੀਤੀ ਹੈ, ਕੋਈ ਪ੍ਰਧਾਨ ਨਹੀਂ ਬਣਾਇਆ, ਕੋਈ ਸਿਸਟਮ ਨਹੀਂ ਬਣਾਇਆ। ਅੱਜ ਵੀ ਸਾਰੇ ਆ ਜਾਣ, ਅਸੀਂ ਉਹਨਾਂ ਨੂੰ ਇਹ ਕਹਾਂਗੇ ਵੀ ਤੁਸੀਂ ਬਣਾਓ ਜੋ ਬਣਾਉਣਾ, ਅਸੀਂ ਤੁਹਾਡੇ ਨਾਲ ਚੱਲਾਂਗੇ। ਇਹ ਤਾਂ ਨੌਜਵਾਨਾਂ ਦੀ, ਪੰਜਾਬ ਦੇ ਲੋਕਾਂ ਦੀ, ਵਿਦੇਸ਼ਾਂ 'ਚ ਵਸਦਿਆਂ ਦੀ ਮੰਗ ਸੀਗੀ, ਉਹਦੇ ਕਰਕੇ ਜਥੇਬੰਦੀ ਬਣਾਈ ਹੈ। ਹੋਰ ਕੋਈ ਇਹਦਾ ਨਿੱਜੀ ਸਾਡਾ ਕੋਈ ਉਹ ਨਹੀਂ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ। ਸੋ ਸਾਡੇ ਨਾਲ ਸੀ ਪਲਵਿੰਦਰ ਸਿੰਘ ਤਲਵਾੜਾ, ਜਿਨ੍ਹਾਂ ਨੇ ਦੱਸਿਆ ਕਿ ਜਥੇਬੰਦੀ ਦਾ ਅੱਜ ਆਗਾਜ਼ ਹੋ ਚੁੱਕਿਆ ਤੇ ਜਥੇਬੰਦੀ ਕੰਮ ਕਰੇਗੀ ਪੰਜਾਬ ਦੇ ਹਿੱਤਾਂ ਦੇ ਲਈ, ਤੇ ਜਥੇਬੰਦੀ ਦੇ ਵਿੱਚ ਕੋਈ ਅਹੁਦੇ ਨਹੀਂ ਦਿੱਤੇ ਗਏ। ਸਾਰਿਆਂ ਨੂੰ ਜਥੇਬੰਦੀ ਆਪਣੀ ਬੁੱਕਲ ਦੇ ਵਿੱਚ ਲੈਣ ਦੇ ਲਈ ਯਤਨਸ਼ੀਲ ਰਹੇਗੀ। ਉਮੀਦ ਕਰਦੇ ਹਾਂ ਜਿਹੜੀ ਜਥੇਬੰਦੀ ਅੱਜ ਇਸ ਟੀਮ ਦੇ ਵੱਲੋਂ ਬਣਾਈ ਗਈ ਹੈ ਉਹ ਪੰਜਾਬ ਦੇ ਹਿੱਤਾਂ ਦੇ ਲਈ ਕੰਮ ਕਰੇਗੀ ਤੇ ਪੰਜਾਬ ਦਾ ਕੁਝ ਭਲਾ ਹੋ ਸਕੇਗਾ। ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ, ਚੰਡੀਗੜ੍ਹ।